Hello everyone, today I'll start my next video business study. This video is related to second chapter principles of management. As the name suggests, principles of management, firstly discuss about the what is principles. Principle is a basic statement which provides the guidance and understanding. Means principle एक जिवें आपां सिद्धांत कहने आ सिद्धांत हुंदे आ जिहड़े आपां नूं हैल्प करदे आ किसी चीज़ नूं समझण दे विच ते ਉਹਨੂੰ ਅੱਗੇ ਗਾਈਡ ਕਰਨ ਵਿੱਚ ਜਿਵੇਂ ਆਪਾਂ ਕੁਝ ਸੋਚਦੇ ਹਾਂ ਤਾਂ ਉਹਦੇ ਲਈ ਆਪਾਂ ਨੂੰ ਜੋ ਗਾਈਡੈਂਸ ਮਿਲਦੀ ਹੈ ਉਹ ਆਪਾਂ ਨੂੰ ਪ੍ਰਿੰਸੀਪਲਸ ਦੇ ਥਰੂ ਮਿਲਦੀ ਆ It refers to the fundamental truth and that explains the relationship between two and more sets of variable under the given situation. ਜਿਵੇਂ ਕਿ ਇੱਕ particular situation ਦੇ ਵਿੱਚ ਦੋ fundamental truth ਮਤਲਬ ਕਿ ਦੋ ਜੋ ਸੱਚਾਈਆਂ ਨੇ ਜਦੋਂ ਆਪਾਂ ਉਹਨਾਂ ਦੋਵਾਂ ਦਾ ਰਿਲੇਸ਼ਨਸ਼ਿਪ ਦੇਖਦੇ ਹਾਂ ਦੋ ਜਾਂ ਦੋ ਤੋਂ ਵੱਧ ਵੇਰੀਏਬਲਸ 'ਤੇ ਤਾਂ ਉਹ ਇੱਕ ਪ੍ਰਿੰਸੀਪਲਸ ਆਫ ਮੈਨੇਜਮੈਂਟ ਬਣਦਾ ਮੀਨਸ ਪ੍ਰਿੰਸੀਪਲਸ ਬਣਦੇ ਆ ਪ੍ਰਿੰਸੀਪਲਸ ਨੂੰ ਜਦੋਂ ਡਰਾਈਵ ਕੀਤਾ ਜਾਂਦਾ ਬੇਸਿਕਲੀ ਜੋ ਵੀ ਆਪਣੇ ਸਿਧਾਂਤ ਕ੍ਰੀਏਟ ਕੀਤੇ ਜਾਂਦੇ ਆ ਉਹ ਆਪਣੇ ਪਾਸਟ ਐਕਸਪੀਰੀਅੰਸ 'ਤੇ ਬੇਸਡ ਹੁੰਦੇ ਆ ਮਤਲਬ ਜਿੰਨਾ ਵੀ ਬੰਦਿਆਂ ਨੇ ਇਸ ਕਿਸੇ ਵੀ ਫੀਲਡ ਦੇ ਵਿੱਚ ਲਾਈਕ ਮੈਨੇਜਮੈਂਟ ਆ ਜਾਂ ਸਾਇੰਸ ਆ ਜਾਂ ਕੋਈ ਵੀ ਫੀਲਡ ਹੈ ਜਿਹਦੇ ਵਿੱਚ ਉਹ ਪਾਸਟ ਆਪਦਾ ਪਹਿਲਾਂ ਕੋਈ ਚੀਜ਼ ਨੂੰ ਐਕਸਪੈਰੀਮੈਂਟ ਕਰਦੇ ਆ ਮਤਲਬ ਜਿਹੜੀਆਂ ਚੀਜ਼ਾਂ ਉਹਨਾਂ ਨੇ ਐਕਸਪੀਰੀਅੰਸ ਕੀਤੀਆਂ ਹੁੰਦੀਆਂ ਉਹਦੇ ਬੇਸ 'ਤੇ ਹੀ ਉਹ ਇੱਕ ਸਿਧਾਂਤ ਜਾਂ ਇੱਕ ਪ੍ਰਿੰਸੀਪਲ ਕ੍ਰੀਏਟ ਕਰਦੇ ਆ ਤਾਂ ਇਹਨੂੰ ਕ੍ਰੀਏਟ ਕਰਨ ਦੇ ਦੋ ਮੈਥਡ ਆਬਜ਼ਰਵੇਸ਼ਨ ਮੈਥਡ ਐਂਡ ਐਕਸਪੈਰੀਮੈਂਟਲ ਮੈਥਡ ਅਬਜ਼ਰਵੇਸ਼ਨ ਮੀਨਸ ਜਦੋਂ ਆਪਾਂ ਕਿਸੇ ਚੀਜ਼ ਨੂੰ ਅਬਜ਼ਰਵ ਕਰਦੇ ਰਹਿੰਦੇ ਹਾਂ ਮਤਲਬ ਕਿ ਜਦੋਂ ਕੋਈ ਕੰਮ ਹੋ ਰਿਹਾ ਤਾਂ ਤੁਸੀਂ ਉਹਨੂੰ ਕੰਟੀਨਿਊਸਲੀ ਦੇਖਦੇ ਰਹਿੰਦੇ ਹੋ ਵੀ ਇਹ ਕੰਮ ਕਿਵੇਂ ਹੋ ਰਿਹਾ ਇਹਦੇ 'ਚ ਕੀ ਕਮੀ ਹੈ ਜਾਂ ਇਹ 'ਚ ਕੀ ਚੰਗਾ ਹੋ ਰਿਹਾ ਕੋਸਟ ਕਿੰਨੀ ਹੋ ਰਹੀ ਹੈ ਜਾਂ ਕਿੰਨੇ ਆਪਾਂ ਨੂੰ ਪ੍ਰੋਫਿਟਸ ਹੋ ਰਿਹਾ ਮਤਲਬ ਕੀ ਬੈਨੀਫਿਟ ਹੋ ਰਿਹਾ ਕੀ ਇਸ 'ਤੇ ਵੀਕ ਪੁਆਇੰਟ ਕੀ ਹੈ ਇਹਦੀ ਸਟਰੈਂਥ ਕੀ ਹੈ ਤਾਂ ਉਹ ਸਾਰਾ ਅਬਜ਼ਰਵੇਸ਼ਨ ਮੈਥਡ ਹੈ ਐਕਸਪੈਰੀਮੈਂਟਲ ਮੈਥਡ ਹੈ ਜਦੋਂ ਚੀਜ਼ਾਂ ਨੂੰ ਐਕਸਪੈਰੀਮੈਂਟ ਕੀਤਾ ਜਾਂਦਾ ਜਿਵੇਂ ਆਪਾਂ ਅੱਗੇ ਪ੍ਰਿੰਸੀਪਲ ਪੜ੍ਹਾਂਗੇ ਤਾਂ ਇੱਕ ਪਰਟੀਕੂਲਰ ਪ੍ਰਿੰਸੀਪਲ ਨੂੰ ਲੈ ਕੇ ਉਹਨੂੰ ਐਕਸਪੀਰੀਅੰਸ ਕਰਕੇ ਦੇਖਿਆ ਜਾਂਦਾ ਵੀ ਹਾਂ ਬਾਕੀ ਉਹ ਪ੍ਰਿੰਸੀਪਲ ਸਹੀ ਪ੍ਰਿੰਸੀਪਲ ਬਣਿਆ ਹੋਇਆ ਜਾਂ ਨਹੀਂ ਬਣਿਆ ਹੋਇਆ ਜਿਵੇਂ ਆਪਾਂ ਗੱਲ ਕਰੀਏ ਯੂਨਿਟੀ ਆਫ ਕਮਾਂਡ ਦੀ ਯੂਨਿਟੀ ਆਫ ਕਮਾਂਡ ਕੀ ਹੈ ਵੀ ਆਪਾਂ ਨੂੰ ਇੱਕ ਪਰਸਨ ਤੋਂ ਕਮਾਂਡ ਮਿਲਣੀ ਚਾਹੀਦੀ ਹੈ ਜੋ ਆਪਾਂ ਅੱਗੇ ਪੜ੍ਹਾਂਗੇ ਜੇ ਆਪਾਂ ਨੂੰ ਐਕਸਪੈਰੀਮੈਂਟ ਕਰੀਏ ਉਹਦਾ ਤਾਂ ਉਹਦੇ ਵਿੱਚ ਹੋ ਸਕਦਾ ਵੀ ਤੁਸੀਂ ਦੋ ਗਰੁੱਪ ਬਣਾ ਲਓ ਇੱਕ 'ਚ ਤਾਂ ਤੁਸੀਂ ਪ੍ਰਿੰਸੀਪਲ ਵਾਲਾ ਜੋ ਰੂਲ ਆ ਉਹ ਫੋਲੋ ਕਰੋ ਮੀਨਸ ਵੀ ਮਤਲਬ ਇੱਕ ਹੀ ਪਰਸਨ ਤੋਂ ਉਹਨੂੰ ਕਮਾਂਡ ਮਿਲੇ ਤਾਂ ਉਹੀ ਉਹ ਇੱਕ ਹੀ ਪਰਸਨ ਦੇ ਥਰੂ ਉਹ ਕੰਮ ਕਰਦਾ ਰਹੇ ਸੈਕਿੰਡ ਆਪਾਂ ਉਹ ਗਰੁੱਪ ਬਣਾ ਲਈਏ ਜਿਸ 'ਚ ਉਹਨੂੰ ਇੱਕ ਪਰਸਨ ਤੋਂ ਕਮਾਂਡ ਨਾ ਮਿਲੇ ਫਿਰ ਉਹਨਾਂ ਦੋਵਾਂ ਗਰੁੱਪ ਨੂੰ ਆਪਾਂ ਟੈਸਟੀਫਾਈ ਕਰੀਏ ਦੇਖੀਏ ਵੀ ਕਿਹੜੇ ਗਰੁੱਪ ਦੇ ਰਿਜ਼ਲਟ ਜ਼ਿਆਦਾ ਵਧੀਆ ਆ ਰਿਹਾ ਜਿਹਦੇ 'ਚ ਆਪਾਂ ਪ੍ਰਿੰਸੀਪਲ ਫੋਲੋ ਕੀਤਾ ਉਹਦੇ ਰਿਜ਼ਲਟ ਜ਼ਿਆਦਾ ਵਧੀਆ ਆ ਰਿਹਾ ਜਾਂ ਜਿਹਦੇ 'ਚ ਪ੍ਰਿੰਸੀਪਲ ਫੋਲੋ ਨਹੀਂ ਕੀਤਾ ਉਹਦੇ ਰਿਜ਼ਲਟ ਜ਼ਿਆਦਾ ਵਧੀਆ ਆ ਰਿਹਾ ਸੋ ਦੀਸ ਆਰ ਟੂ ਮੈਥਡਸ ਨੈਕਸਟ ਸਿਗਨੀਫਿਕੈਂਸ ਆਫ ਪ੍ਰਿੰਸੀਪਲ ਕਿਉਂ ਇੰਪੋਰਟੈਂਟ ਹੈ ਜੋ ਵੀ ਸਿਧਾਂਤ ਬਣਦੇ ਆ ਮੈਨੇਜਮੈਂਟ ਦੇ ਪ੍ਰਿੰਸੀਪਲਸ ਆ ਜਿਵੇਂ ਤਾਂ ਉਹ ਮੈਨੇਜਮੈਂਟ ਲਈ ਕਿਉਂ ਜ਼ਰੂਰੀ ਹੋਣਗੇ ਕੀ ਉਹਦੀ ਬੈਨੀਫਿਟਸ ਹੋਣਗੇ ਫਸਟਲੀ ਇਨਕਰੀਜ਼ ਦਾ ਮੈਨੇਜਰੀਅਲ ਐਫੀਸ਼ੀਐਂਸੀ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਆ ਜਿਹੜੀ ਮੈਨੇਜਮੈਂਟ ਆ ਉਹਦੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਵਿੱਚ ਹੈਲਪ ਕਰਦੇ ਆ ਜਿਵੇਂ ਕਿ ਆਪਾਂ ਆਪਣੇ ਬਿਜ਼ਨਸ ਦੀ ਕੁਸ਼ਲਤਾ ਇਨਕਰੀਜ਼ ਹੁੰਦੀ ਹੈ ਮੀਨਸ ਆਪਣਾ ਐਫੀਸ਼ੀਐਂਸੀ ਆਉਂਦੀ ਹੈ ਇਫੈਕਟਿਵਨੈਸ ਆਉਂਦੀ ਹੈ ਕੰਮ ਦੇ ਵਿੱਚ ਤੁਸੀਂ ਉਸ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦੇ ਹੋ ਅਤੇ ਆਪਦੇ ਗੋਲਸ ਨੂੰ ਅਚੀਵ ਕਰ ਸਕਦੇ ਹੋ ਨੈਕਸਟ ਆ ਆਪਟੀਮਮ ਯੂਜ਼ ਆਫ ਰਿਸੋਰਸਿਸ ਜੇ ਆਪਣੇ ਕੋਲ ਪ੍ਰੋਪਰ ਪ੍ਰਿੰਸੀਪਲਸ ਹੋਣਗੇ ਜੇ ਆਪਾਂ ਉਹਦੇ ਬੇਸ 'ਤੇ ਹੀ ਕੰਮ ਕਰਾਂਗੇ ਮਤਲਬ ਉਹ ਪ੍ਰਿੰਸੀਪਲਸ ਨੂੰ ਧਿਆਨ 'ਚ ਰੱਖਾਂਗੇ ਤਾਂ ਜਿਹੜੇ ਆਪਣੇ ਬਿਜ਼ਨਸ ਦੇ ਰਿਸੋਰਸਿਸ ਹੈ ਮਨੀ ਹੈ ਜਾਂ ਜੋ ਵੀ ਪਰਸਨ ਕੰਮ ਕਰ ਰਹੇ ਆ ਮਤਲਬ ਇੰਪਲੋਈਜ਼ ਹੈ ਜਾਂ ਜੋ ਵੀ ਤੁਹਾਡੇ ਕੋਲ ਇਨਫਰਾਸਟਰਕਚਰ ਹੈ ਮਸ਼ੀਨਰੀਜ਼ ਵਗੈਰਾ ਉਹਨਾਂ ਨੂੰ ਤੁਸੀਂ ਪ੍ਰੋਪਰ ਯੂਜ਼ ਕਰ ਸਕੋਗੇ ਨੈਕਸਟ ਥਰਡ ਪ੍ਰੋਪਰ ਡਿਸੀਜ਼ਨਸ ਹੁਣ ਜੇ ਪ੍ਰਿੰਸੀਪਲਸ ਹੈ ਤਾਂ ਉਹ ਤੁਹਾਨੂੰ ਇੱਕ ਹੈਲਪ ਕਰਦੇ ਆ ਵੀ ਤੁਸੀਂ ਪ੍ਰੋਪਰ ਡਿਸੀਜ਼ਨ ਲੈ ਸਕਦੇ ਹੋ ਕਿਉਂਕਿ ਤੁਸੀਂ ਪ੍ਰਿੰਸੀਪਲ ਦੇ ਬੇਸ 'ਤੇ ਸਾਰੇ ਐਕਸਪੈਰੀਮੈਂਟਸ ਕਰ ਰਹੇ ਹੋ ਤਾਂ ਜੋ ਪ੍ਰਿੰਸੀਪਲ ਸਕਸੈਸਫੁਲ ਜਾ ਰਹੇ ਆ ਤਾਂ ਉਹਦੇ ਬੇਸ 'ਤੇ ਤੁਸੀਂ ਪ੍ਰੋਪਰ ਡਿਸੀਜ਼ਨਸ ਲੈ ਸਕਦੇ ਹੋ ਨੈਕਸਟ ਆ ਐਡਜਸਟਿੰਗ ਇਨ ਚੇਂਜਿੰਗ ਇਨਵਾਇਰਮੈਂਟ ਜਿਵੇਂ ਆਪਣਾ ਇਨਵਾਇਰਮੈਂਟ ਚੇਂਜ ਹੁੰਦਾ ਰਹਿੰਦਾ ਮੀਨਸ ਪੋਲਿਸੀਜ਼ ਪਲੈਨਸ ਅਤੇ ਜਾਂ ਆਪਣੇ ਰੂਲਸ ਰੈਗੂਲੇਸ਼ਨ ਜਿਹੜੇ ਚੇਂਜ ਹੁੰਦੇ ਰਹਿੰਦੇ ਆ ਅਕੋਰਡਿੰਗ ਟੂ ਚੇਂਜਿੰਗ ਇਨ ਪੋਲੀਟੀਕਲ ਪਾਰਟੀਜ਼ ਔਰ ਅਕੋਰਡਿੰਗ ਟੂ ਚੇਂਜ ਇਨ ਟੈਕਨੀਕਸ ਚੇਂਜ ਇਨ ਇਕਨੋਮਿਕ ਇਨਵਾਇਰਮੈਂਟ ਕਿਸੇ ਵੀ ਰੀਜ਼ਨ ਕਰਕੇ ਜੋ ਆਪਣੀਆਂ ਚੇਂਜਿਸ ਆਉਂਦੀਆਂ ਆਪਣੇ ਬਿਜ਼ਨਸ ਦੇ ਵਿੱਚ ਉਹਦੇ 'ਚ ਤੁਸੀਂ ਐਡਜਸਟ ਕਰ ਸਕਦੇ ਹੋ ਕਿਉਂਕਿ ਤੁਸੀਂ ਇੱਕ ਪਰਟੀਕੂਲਰ ਪ੍ਰਿੰਸੀਪਲ ਫੋਲੋ ਕਰ ਰਹੇ ਹੋ ਇੱਕ ਸਿਧਾਂਤ ਫੋਲੋ ਕਰ ਰਹੇ ਹੋ ਨੈਕਸਟ ਆ ਇਫੈਕਟਿਵ ਐਡਮਿਨਿਸਟ੍ਰੇਸ਼ਨ ਮੀਨਸ ਉਹ ਵਾਲੇ ਪਰਸਨ ਮੀਨਸ ਹਾਇਰ ਅਥੋਰਿਟੀਜ਼ ਜਿਨ੍ਹਾਂ ਦਾ ਮੇਨ ਕੰਮ ਹੁੰਦਾ ਪਲਾਨ ਪੋਲਿਸੀਜ਼ ਬਣਾਉਣਾ ਅਤੇ ਜੇ ਉਹਨਾਂ ਕੋਲ ਇੱਕ ਇਫੈਕਟਿਵ ਪ੍ਰਿੰਸੀਪਲ ਹੋਊਗਾ ਉਹਨਾਂ ਨਾਲ ਉਹਨਾਂ ਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਆ ਤਾਂ ਉਹ ਇੱਕ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਹੋਰ ਇਫੈਕਟਿਵ ਬਣਾ ਸਕਦੇ ਆ ਮੀਨਸ ਆਪਣੇ ਪਲਾਨਸ ਔਰ ਪੋਲਿਸੀਜ਼ ਨੂੰ ਹੋਰ ਵਧੀਆ ਤਰੀਕੇ ਨਾਲ ਲੈ ਕੇ ਆ ਸਕਦੇ ਆ ਨੈਕਸਟ ਫੁਲਫਿਲ ਦਾ ਸੋਸ਼ਲ ਰਿਸਪੋਂਸੀਬਿਲਿਟੀ ਹੈ ਵੀ ਆਪਣੀ ਸਮਾਜ ਪ੍ਰਤੀ ਕੀ ਜ਼ਿੰਮੇਵਾਰੀ ਬਣਦੀ ਹੈ ਤਾਂ ਉਹ ਆਪਾਂ ਆਪਦੀ ਰਿਸਪੋਂਸੀਬਿਲਿਟੀ ਨੂੰ ਫੁਲਫਿਲ ਕਰ ਸਕਦੇ ਹਾਂ ਜੋ ਵੀ ਆਪਣੇ ਪ੍ਰਿੰਸੀਪਲ ਆ ਉਹਦੇ ਬੇਸ 'ਤੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿੰਨਾ ਪ੍ਰੋਫਿਟ ਮਾਰਜਨ ਚਾਹੀਦਾ ਹੈ ਜਾਂ ਕਿਹੜੇ ਐਕਸਪੈਰੀਮੈਂਟ ਨਾਲ ਤੁਹਾਡਾ ਪ੍ਰੋਫਿਟ ਇਨਕਰੀਜ਼ ਹੁੰਦਾ ਹੈ ਔਰ ਜਿਹੜਾ ਵੀ ਪੋਰਸ਼ਨ ਬਚੂਗਾ ਉਹਨੂੰ ਤੁਸੀਂ ਸੋਸ਼ਲ ਰਿਸਪੋਂਸੀਬਿਲਿਟੀ 'ਚ ਲਗਾ ਸਕਦੇ ਹੋ
ਨੈਕਸਟ ਹੈ ਪ੍ਰੋਪਰ ਟ੍ਰੇਨਿੰਗ ਟੂ ਮੈਨੇਜਰਸ। ਹੁਣ ਜਿਵੇਂ ਜੇ ਪ੍ਰਿੰਸੀਪਲ ਤੁਸੀਂ ਬਿਜ਼ਨਸ 'ਚ ਲਗਾ ਰਹੇ ਹੋ, ਮਤਲਬ ਕੋਈ ਵੀ ਪ੍ਰਿੰਸੀਪਲ ਦੇ ਬੇਸ 'ਤੇ ਤੁਹਾਡੀ ਮੈਨੇਜਮੈਂਟ ਚੱਲ ਰਹੀ ਹੈ, ਤਾਂ ਆਪਾਂ ਨੂੰ ਉਹਦੇ ਲਈ ਜਿਹੜੇ ਮੈਨੇਜਰਸ ਆ ਉਹ ਟ੍ਰੇਨਿੰਗ ਵਧੀਆ ਦੇ ਸਕਾਂਗੇ। ਮਤਲਬ ਉਹ ਜੇ ਆਪਾਂ ਨੂੰ ਪਤਾ ਹੈ ਵੀ ਆਪਾਂ ਆਹ ਵਾਲੀ ਕੰਡੀਸ਼ਨ ਦੇ ਥਰੂ ਹੀ ਕੰਮ ਕਰਨਾ, ਮੀਨਸ ਸੇਮ ਐਗਜ਼ਾਮਪਲ ਯੂਨਿਟੀ ਆਫ ਕਮਾਂਡ ਦੇ ਥਰੂ ਤੁਸੀਂ ਕੰਮ ਕਰ ਰਹੇ ਹੋ, ਤੁਹਾਨੂੰ ਪਤਾ ਵੀ ਤੁਸੀਂ ਇੱਕ ਹੀ ਪਰਸਨ ਤੋਂ ਕਮਾਂਡ ਰਿਸੀਵ ਕਰਨੀ ਹੈ, ਤਾਂ ਤੁਸੀਂ ਸਿਰਫ ਉਸ ਚੀਜ਼ ਨਾਲ ਰਿਲੇਟਡ ਹੀ ਆਪਦੇ ਮੈਨੇਜਰਸ ਨੂੰ ਟ੍ਰੇਨਿੰਗ ਦੇ ਸਕੋਗੇ। ਸੋ ਇਟ ਇਜ਼ ਆਲ ਅਬਾਊਟ ਕੰਸੈਪਟ ਔਰ ਸਿਗਨੀਫਿਕੈਂਸ ਆਫ ਪ੍ਰਿੰਸੀਪਲਸ ਆਫ ਮੈਨੇਜਮੈਂਟ। ਨੈਕਸਟ ਜਿਹੜੇ ਪ੍ਰਿੰਸੀਪਲਸ ਆਫ ਮੈਨੇਜਮੈਂਟ ਆ ਉਹ ਇੱਕ ਪਰਸਨ ਦੁਆਰਾ ਦਿੱਤੇ ਗਏ ਆ, ਉਹਦਾ ਨਾਮ ਹੈ ਹੈਨਰੀ ਫਿਓਲ। ਹੈਨਰੀ ਫਿਓਲ ਦਾ ਜੋ ਬਰਥ ਸੀ ਫਰਾਂਸ ਦੇ ਵਿੱਚ 1841 ਦੇ ਵਿੱਚ ਹੋਇਆ। ਤਾਂ ਉਸ ਤੋਂ ਬਾਅਦ ਜਿਹੜੇ ਉਹਨੇ ਪ੍ਰਿੰਸੀਪਲਸ ਦਿੱਤੇ ਆ ਉਹਦੇ ਥਰੂ ਉਹਨੇ ਇੱਕ ਬੁੱਕ ਪਬਲਿਸ਼ ਕੀਤੀ ਸੀ। ਬੁੱਕ ਸੀਗੀ 1916 ਦੇ ਵਿੱਚ, 1916 ਦੇ ਵਿੱਚ ਇੱਕ ਬੁੱਕ ਪਬਲਿਸ਼ ਕੀਤੀ ਜਿਸ 'ਚ ਉਹਨੇ ਬਹੁਤ ਸਾਰੇ ਪ੍ਰਿੰਸੀਪਲ ਦਿੱਤੇ। ਇਹ ਸਾਰੇ ਪ੍ਰਿੰਸੀਪਲ ਉਹਨੇ ਆਪਦੇ ਐਕਸਪੈਰੀਮੈਂਟਸ 'ਤੇ ਬੇਸ ਤੇ ਬਣਾਏ। ਜਿਵੇਂ ਉਹ ਕਿਸੇ ਕੰਪਨੀ ਵਿੱਚ ਕੰਮ ਕੀਤਾ, ਉਹਨੇ ਉਸ ਕੰਪਨੀ ਦੇ ਕੰਮ ਤੋਂ ਉਹਨੇ ਵੀ ਬਹੁਤ ਕੁਛ ਦੇਖਿਆ ਵੀ ਕੀ ਕੁਛ ਹੋਣਾ ਚਾਹੀਦਾ, ਕੀ ਕੁਛ ਨਹੀਂ ਹੋਣਾ ਚਾਹੀਦਾ, ਜਿਹਦੇ ਬੇਸ 'ਤੇ ਉਹਨੇ 14 ਪ੍ਰਿੰਸੀਪਲ ਕ੍ਰੀਏਟ ਕੀਤੇ, ਮਤਲਬ ਇੱਕ 14 ਸਿਧਾਂਤ ਬਣਾਏ ਜੋ ਕਿ ਹਰੇਕ ਮੈਨੇਜਮੈਂਟ ਔਰ ਹਰੇਕ ਬਿਜ਼ਨਸ 'ਚ ਹੋਣੇ ਜ਼ਰੂਰੀ ਹੈ, ਮਤਲਬ ਜਿਹਦੇ ਬੇਸ 'ਤੇ ਤੁਸੀਂ ਆਪਦੇ ਬਿਜ਼ਨਸ ਨੂੰ ਸਕਸੈਸਫੁਲ ਬਣਾ ਸਕਦੇ ਹੋ। ਫਸਟ ਹੈ ਡਿਵੀਜ਼ਨ ਆਫ ਵਰਕ। ਡਿਵੀਜ਼ਨ ਆਫ ਵਰਕ ਹੈ ਮੀਨਸ ਕੰਮ ਨੂੰ ਵੰਡ ਦੇਣਾ। ਕੰਮ ਨੂੰ ਵੰਡ ਦੇਣਾ ਮੀਨਸ ਸਪੈਸ਼ਲਾਈਜੇਸ਼ਨ। ਇਹਦਾ ਮੀਨਸ ਹੈ ਵੀ ਅਕੋਰਡਿੰਗ ਟੂ ਹੈਨਰੀ ਫਿਓਲ ਕਹਿੰਦਾ ਜੇ ਤੁਸੀਂ ਕੰਮ ਨੂੰ ਡਿਸਟਰੀਬਿਊਟ ਕਰ ਦਿੰਦੇ ਹੋ, ਮੀਨਸ ਇੱਕ ਪਰਸਨ 'ਤੇ ਬਰਡਨ ਨਹੀਂ ਰਹਿੰਦਾ। ਜਦੋਂ ਆਪਾਂ ਕੰਮ ਨੂੰ ਡਿਵਾਈਡ ਕਰ ਦਿੰਦੇ ਹਾਂ, ਇੱਕ ਤਾਂ ਜਿਹੜਾ ਤੁਹਾਡਾ ਜੋ ਮੇਨ ਪਰਸਨ ਆ ਜਿਵੇਂ ਹਾਇਰ ਅਥਾਰਟੀਜ਼ ਆ ਉਹਨਾਂ ਦਾ ਜਿਹੜਾ ਬਰਡਨ ਆ ਉਹ ਰਿਡਿਊਸ ਹੋ ਜਾਂਦਾ। ਸੈਕਿੰਡ, ਜਦੋਂ ਕੰਮ ਨੂੰ ਡਿਸਟਰੀਬਿਊਟ ਕੀਤਾ ਹੋਊਗਾ ਤਾਂ ਜੋ ਪਰਸਨ ਉਹਨੂੰ ਕੰਟੀਨਿਊਸਲੀ ਕਰਦੇ ਰਹਿਣਗੇ, ਕੰਟੀਨਿਊਸਲੀ ਪਰਫੋਰਮ ਕਰਨਗੇ, ਤਾਂ ਉਹਨਾਂ 'ਚ ਇੱਕ ਸਪੈਸ਼ਲਾਈਜੇਸ਼ਨ ਆ ਜਾਂਦੀ ਹੈ। ਮੀਨਸ ਜਿਵੇਂ ਹੁਣ ਆਪਾਂ ਡਿਪਾਰਟਮੈਂਟਸ ਬਣਾਤੀ, ਪ੍ਰੋਡਕਸ਼ਨ ਡਿਪਾਰਟਮੈਂਟ, ਫਾਈਨਾਂਸ ਡਿਪਾਰਟਮੈਂਟ, ਸੇਲਸ ਡਿਪਾਰਟਮੈਂਟ। ਜਿਹੜੇ ਹੁਣ ਪ੍ਰੋਡਕਸ਼ਨ ਡਿਪਾਰਟਮੈਂਟ ਵਾਲੇ ਉਹ ਡੇਲੀ ਬੇਸਿਸ 'ਤੇ ਆਪਣਾ ਸੇਮ ਰੂਟੀਨ ਵਰਕ ਕਰਨਗੇ ਤਾਂ ਉਹਨਾਂ 'ਚ ਐਫੀਸ਼ੀਐਂਸੀ ਆ ਜੂਗੀ, ਉਹ ਆਪਣੇ ਕੰਮ 'ਚ ਬਹੁਤ ਮਾਹਿਰ ਹੋ ਜਾਣਗੇ। ਉਸੇ ਤਰੀਕੇ ਨਾਲ ਸੇਲਸ ਡਿਪਾਰਟਮੈਂਟ ਆ। ਸੋ ਡਿਵੀਜ਼ਨ ਆਫ ਵਰਕ ਇਜ਼ ਫਸਟ ਪ੍ਰਿੰਸੀਪਲ। ਸੈਕਿੰਡ ਪ੍ਰਿੰਸੀਪਲ ਅਥਾਰਟੀ ਐਂਡ ਰਿਸਪੋਂਸੀਬਿਲਿਟੀ ਰਿਲੇਸ਼ਨਸ਼ਿਪ। ਇਹਦਾ ਮੀਨਸ ਹੈ ਵੀ ਜਿਹੜੀ ਅਥਾਰਟੀ ਐਂਡ ਰਿਸਪੋਂਸੀਬਿਲਿਟੀ ਹੈ ਉਹਨਾਂ ਦੋਵਾਂ 'ਚ ਆਪਸ 'ਚ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਅਥਾਰਟੀ ਮੀਨਸ ਪਾਵਰ, ਜਦੋਂ ਆਪਾਂ ਨੂੰ ਕਿਸੇ ਵੀ ਕੰਮ ਨੂੰ ਕਰਨ ਦੀ ਪਾਵਰ ਮਿਲ ਜਾਂਦੀ ਹੈ, ਮਤਲਬ ਤੁਸੀਂ ਇਹ ਕੰਮ ਨੂੰ ਕੰਪਲੀਟ ਕਰਨਾ, ਤੁਹਾਡੇ ਕੋਲ ਇਹ ਵਾਲੀ ਪਾਵਰ ਹੈ, ਮਤਲਬ ਤੁਸੀਂ ਇਸ ਕੰਮ ਨੂੰ ਕੰਪਲੀਟ ਕਰਨਾ ਜਿਵੇਂ ਮਰਜ਼ੀ ਕੰਪਲੀਟ ਕਰੋ, ਤੁਹਾਡੇ ਕੋਲ ਪਾਵਰਸ ਹੈਗੀਆਂ, ਉਹ ਹੈਗੀ ਅਥਾਰਟੀ। ਰਿਸਪੋਂਸੀਬਿਲਿਟੀ ਹੁੰਦੀ ਹੈ ਜਦੋਂ ਆਪਾਂ ਓਬਲੀਗੇਟਰੀ ਬਣ ਜਾਂਦੇ ਆ, ਮੀਨਸ ਤੁਹਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਤੁਹਾਨੂੰ ਕੰਮ ਕਰਨਾ ਚਾਹੀਦਾ। ਤਾਂ ਅਥਾਰਟੀ ਅਤੇ ਰਿਸਪੋਂਸੀਬਿਲਿਟੀ ਦਾ ਪ੍ਰੋਪਰ ਤਾਲਮੇਲ ਹੋਣਾ ਚਾਹੀਦਾ ਹੈ। ਜਿਵੇਂ ਸਪੋਜ਼ ਕਰੋ ਕੋਈ ਹੈਡ ਆਫ ਦੀ ਡਿਪਾਰਟਮੈਂਟ ਹੈ, ਉਹਦੇ ਕੋਲ ਅਥਾਰਟੀ ਹੈ, ਉਹਦੇ ਕੋਲ ਪ੍ਰੋਪਰ ਪਾਵਰ ਹੈ ਵੀ ਉਹਨੇ ਆਪਦੇ ਇੰਪਲੋਈਜ਼ ਤੋਂ ਕੰਮ ਲੈਣਾ, ਉਹ ਕਿਸੇ ਵੀ ਤਰੀਕੇ ਨਾਲ ਲੈ ਸਕਦਾ ਹੈ। ਲਾਈਕ ਉਹਨਾਂ ਤੋਂ ਓਵਰਟਾਈਮ ਕਰਵਾ ਸਕਦਾ ਹੈ, ਉਹਨਾਂ ਨੂੰ ਐਕਸਟਰਾ ਵੇਜਿਸ ਵਗੈਰਾ ਦੇ ਸਕਦਾ ਹੈ, ਜਾਂ ਉਹਨਾਂ ਨੂੰ ਮਟੀਰੀਅਲ ਪ੍ਰੋਵਾਈਡ ਕਰਕੇ ਦੇ ਸਕਦਾ, ਮਤਲਬ ਉਹਨੂੰ ਉਹਦਾ ਕੰਮ ਕੰਪਲੀਟ ਚਾਹੀਦਾ। ਇਹ ਉਹਦੀ ਅਥਾਰਟੀ ਹੈ, ਉਹਦੇ ਕੋਲ ਪਾਵਰ ਹੈ, ਉਹ ਕੰਮ ਪੂਰਾ ਕਰਵਾਊਗਾ। ਬਟ ਉਹਦੀ ਰਿਸਪੋਂਸੀਬਿਲਿਟੀ ਇਹ ਵੀ ਬਣਦੀ ਹੈ ਵੀ ਉਹ ਆਪਦੇ ਵਰਕਰਸ ਦਾ ਪ੍ਰੋਪਰ ਧਿਆਨ ਰੱਖੂਗਾ, ਮਤਲਬ ਕਿ ਉਹਨਾਂ ਨੂੰ ਕੋਈ ਵਰਕਿੰਗ ਕੰਡੀਸ਼ਨਸ ਪ੍ਰੋਪਰ ਦੇਣੀ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਵਰਕ ਦੇ ਵਿੱਚ। ਜੇ ਉਹਦੇ ਕੋਲ ਅਥਾਰਟੀ ਹੈ ਤਾਂ ਰਿਸਪੋਂਸੀਬਿਲਿਟੀ ਵੀ ਨਾਲ ਹੀ ਹੋਣੀ ਚਾਹੀਦੀ ਹੈ। ਉਹ ਆਪਦੀ ਅਥਾਰਟੀ ਦਾ ਗਲਤ ਯੂਜ਼ ਨਹੀਂ ਕਰਨਾ ਚਾਹੀਦਾ ਤਾਂ ਕਿ ਉਹਦੀ ਰਿਸਪੋਂਸੀਬਿਲਿਟੀ ਤੋਂ ਮੁੱਕਰ ਸਕੇ। ਸੋ ਰਿਸਪੋਂਸੀਬਿਲਿਟੀ ਦਾ ਅਤੇ ਅਥਾਰਟੀ ਦਾ ਪ੍ਰੋਪਰ ਰਿਲੇਸ਼ਨਸ਼ਿਪ ਹੋਣਾ ਚਾਹੀਦਾ। ਨੈਕਸਟ ਪੁਆਇੰਟ ਹੈ ਪ੍ਰਿੰਸੀਪਲ ਆਫ ਡਿਸਿਪਲਨ। ਐਜ਼ ਵੀ ਨੋ, ਮਤਲਬ ਪ੍ਰਿੰਸੀਪਲ ਡਿਸਿਪਲਨ ਜੋ ਹਰ ਇੱਕ ਜਗ੍ਹਾ 'ਤੇ ਹੋਣਾ ਜ਼ਰੂਰੀ ਹੈ। ਜਿਵੇਂ ਆਪਣੀ ਡੇਲੀ ਲਾਈਫ 'ਚ ਵੀ ਆਪਾਂ ਦੇਖਦੇ ਹਾਂ ਤਾਂ ਇੱਕ ਬਿਜ਼ਨਸ ਵਿੱਚ ਔਰ ਇੱਕ ਮੈਨੇਜਮੈਂਟ ਵਿੱਚ ਡਿਸਿਪਲਨ ਹੋਣਾ ਬਹੁਤ ਜ਼ਰੂਰੀ ਹੈ ਵੀ ਟਾਈਮ ਸਿਰ ਆਉਣਾ, ਟਾਈਮ ਸਿਰ ਜਾਣਾ, ਪ੍ਰੋਪਰ ਡਿਸਿਪਲਨ ਬਣਾ ਕੇ ਰੱਖਣਾ, ਮੇਨਟੇਨੈਂਸ ਰੱਖਣੀ, ਪ੍ਰੋਪਰ ਚੀਜ਼ਾਂ ਨੂੰ ਪ੍ਰੋਪਰ ਜਗ੍ਹਾ 'ਤੇ ਮੇਨਟੇਨ ਰੱਖਣਾ ਔਰ ਇੱਕ ਡਿਸਿਪਲਨ ਦੇ ਵਿੱਚ ਰਹਿਣਾ। ਨੈਕਸਟ ਹੈ ਫੋਰਥ ਯੂਨਿਟੀ ਆਫ ਕਮਾਂਡ। ਇਹਦਾ ਮੀਨਸ ਹੈ ਵਨ ਹੈਡ ਔਰ ਵਨ ਕਮਾਂਡ। ਇਟ ਮੀਨਸ ਯੂਨਿਟੀ ਆਫ ਕਮਾਂਡ ਮੀਨਸ ਜਿਹੜੀਆਂ ਤੁਹਾਨੂੰ ਕਮਾਂਡਸ ਹੈ, ਕਮਾਂਡਸ ਮੀਨਸ ਜਿਹੜੇ ਤੁਹਾਨੂੰ ਆਰਡਰ ਮਿਲਦੇ ਆ, ਕੋਈ ਵੀ ਕੰਮ ਕਰਨ ਲਈ ਤੁਹਾਨੂੰ ਆਰਡਰ ਮਿਲਦਾ ਵੀ ਤੁਸੀਂ ਆਹ ਕੰਮ ਕਰਨਾ ਇੰਨੇ ਟਾਈਮ 'ਚ ਕਰਨਾ, ਤਾਂ ਉਹ ਜਿਹੜੀ ਕਮਾਂਡ ਆ ਤੁਹਾਨੂੰ ਸਿਰਫ ਇੱਕ ਪਰਸਨ ਤੋਂ ਹੀ ਮਿਲਣੀ ਚਾਹੀਦੀ ਹੈ। ਮੀਨਸ ਜਿਵੇਂ ਹੁਣ ਸੇਲਸ ਡਿਪਾਰਟਮੈਂਟ ਦੀ ਆਪਾਂ ਗੱਲ ਕਰੀਏ ਤਾਂ ਸੇਲਸ ਡਿਪਾਰਟਮੈਂਟ ਦਾ ਇੱਕ ਹੀ ਹੈਡ ਆ ਤਾਂ ਉਹ ਸਾਰਿਆਂ ਨੂੰ ਕਮਾਂਡ ਦੇਊਗਾ। ਜੇ ਸਪੋਜ਼ ਕਰੋ ਸੇਲਸ ਡਿਪਾਰਟਮੈਂਟ 'ਚ 3 ਹੈਡ ਹੋਣ ਤਾਂ ਸਾਰਿਆਂ ਦੀਆਂ ਅਲੱਗ-ਅਲੱਗ ਕਮਾਂਡਸ ਹੋ ਜਾਣਗੀਆਂ, ਤਾਂ ਫਿਰ ਜਿਹੜਾ ਆਪਣਾ ਕੰਮ ਆ ਉਹ ਇਫੈਕਟਿਵਲੀ ਪਰਫੋਰਮ ਨਹੀਂ ਹੋ ਸਕੂਗਾ। ਸੋ ਯੂਨਿਟੀ ਆਫ ਕਮਾਂਡ ਮੀਨਸ ਇੱਕ ਹੀ ਕਮਾਂਡ ਹੋਣੀ ਚਾਹੀਦੀ ਹੈ ਆਪਣੇ ਕੋਲ ਤਾਂ ਕਿ ਆਪਾਂ ਆਪਣੇ ਕੰਮ ਨੂੰ ਟਾਈਮ ਸਿਰ ਪੂਰਾ ਕਰ ਸਕੀਏ। ਨੈਕਸਟ ਇਜ਼ ਯੂਨਿਟੀ ਆਫ ਡਾਇਰੈਕਸ਼ਨ। ਯੂਨਿਟੀ ਆਫ ਡਾਇਰੈਕਸ਼ਨ ਵਨ ਹੈਡ ਔਰ ਵਨ ਪਲਾਨ। ਜਿਵੇਂ ਆਪਾਂ ਕੋਈ ਇੱਕ ਪਲਾਨ, ਗਰੁੱਪ ਆਫ ਐਕਟੀਵਿਟੀਜ਼ ਹੈ, ਸਪੋਜ਼ ਇੱਕ ਪਲਾਨ ਤੁਸੀਂ ਅਚੀਵ ਕਰਨਾ ਤਾਂ ਉਹਦਾ ਇੱਕ ਹੈਡ ਹੋਣਾ ਚਾਹੀਦਾ। ਜਿਵੇਂ ਕਿ ਸਪੋਜ਼ ਕਰੋ ਇੱਕ ਤੁਹਾਨੂੰ ਐਕਟੀਵਿਟੀ ਮਿਲੀ ਹੈ ਵੀ ਤੁਸੀਂ 200
ਸ਼ਰਟਸ ਪ੍ਰਪੇਅਰ ਕਰਨੀ ਹੈ ਤਾਂ ਉਹ ਇੱਕ ਪ੍ਰੋਪਰ ਪ੍ਰੋਜੈਕਟ ਹੋ ਗਿਆ, ਮਤਲਬ ਇੱਕ ਪ੍ਰੋਪਰ ਪਲਾਨ ਹੋ ਗਿਆ। ਤਾਂ ਉਹਦਾ ਹੈੱਡ ਇੱਕ ਹੀ ਹੋਊਗਾ, ਮਤਲਬ ਇੱਕ ਹੀ ਪਰਸਨ ਹੈ ਜਿਹੜਾ ਇਹਦੀ ਪ੍ਰੋਪਰ ਸੁਪਰਵਿਜ਼ਨ ਕਰੂਗਾ, ਦੇਖੂਗਾ ਵੀ ਕਿਹੜਾ ਕੰਮ ਕਿਵੇਂ ਹੋ ਰਿਹਾ ਅਤੇ ਕਿਹੜਾ ਕੰਮ ਕਿਵੇਂ ਹੋ ਰਿਹਾ। ਤਾਂ ਬਾਕੀ ਦੇਖੋ ਜਿਹੜਾ 200 ਸ਼ਰਟਸ ਤੁਸੀਂ ਬਣਾਉਣੀ ਆ ਤਾਂ ਉਹ ਇੱਕ ਗਰੁੱਪ ਐਕਟੀਵਿਟੀ ਹੈ ਅਤੇ ਸਾਰੇ ਗਰੁੱਪ ਨੂੰ ਕੰਟਰੋਲ ਕਰਨ ਵਾਲਾ ਇੱਕ ਹੀ ਹੈੱਡ ਹੋਣਾ ਚਾਹੀਦਾ ਅਤੇ ਸਾਰੇ ਗਰੁੱਪ ਦਾ ਮੋਟਿਵ ਵੀ ਇੱਕ ਹੀ ਹੋਣਾ ਚਾਹੀਦਾ। ਕੀ ਮੋਟਿਵ ਹੈ? ਮੇਨ ਵੀ 200 ਤੁਸੀਂ ਸ਼ਰਟਸ ਪ੍ਰਪੇਅਰ ਕਰਨੀ ਹੈ। ਸੋ ਇਟ ਇਜ਼ ਯੂਨਿਟੀ ਆਫ ਡਾਇਰੈਕਸ਼ਨ। ਯੂਨਿਟੀ ਆਫ ਕਮਾਂਡ ਮਤਲਬ ਤੁਹਾਨੂੰ ਇੱਕ ਪਰਸਨ ਤੋਂ ਕਮਾਂਡ ਮਿਲਣੀ ਚਾਹੀਦੀ ਹੈ, ਕੋਈ ਵੀ ਕਮਾਂਡ ਹੈ, ਕੋਈ ਵੀ ਕੰਮ ਹੈ। ਯੂਨਿਟੀ ਆਫ ਡਾਇਰੈਕਸ਼ਨ ਮਤਲਬ ਤੁਹਾਡਾ ਜੋ ਵੀ ਪਲਾਨ ਤੁਸੀਂ ਬਣਾਇਆ ਜਾਂ ਕੋਈ ਵੀ ਐਕਟੀਵਿਟੀ ਆ ਉਹਦਾ ਇੱਕ ਹੀ ਬੌਸ ਹੋਣਾ ਚਾਹੀਦਾ। ਨੈਕਸਟ 6th ਸਬੋਰਡੀਨੇਟ ਦਾ ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ। ਇਟ ਮੀਨਸ ਜੋ ਵੀ ਤੁਹਾਡੇ ਇੰਡੀਵਿਜੂਅਲ ਇੰਟਰਸਟ ਹੈ, ਮੀਨਸ ਹਰੇਕ ਪਰਸਨ ਦੇ ਆਪਦੇ ਪਰਸਨਲ ਇੰਟਰਸਟ ਹੁੰਦੇ ਆ। ਲਾਈਕ ਇੰਪਲੋਈਜ਼ ਦਾ ਇੰਟਰਸਟ ਹੈ ਵੀ ਉਹਨੂੰ ਸੈਲਰੀ ਵੱਧ ਮਿਲੇ, ਮੈਨੇਜਰ ਹੈ ਉਹਦਾ ਇੰਟਰਸਟ ਹੈ ਵੀ ਮੈਨੂੰ ਬੈਨੀਫਿਟ ਵੱਧ ਮਿਲੇ, ਜੋ ਬਿਜ਼ਨਸਮੈਨ ਆ ਉਹਦਾ ਇੰਟਰਸਟ ਹੈ ਮੈਨੂੰ ਪ੍ਰੋਫਿਟ ਵੱਧ ਮਿਲੇ। ਔਨ ਇੰਡੀਵਿਜੂਅਲ ਬੇਸਿਸ ਹਰ ਇੱਕ ਪਰਸਨ ਦੇ ਅਲੱਗ-ਅਲੱਗ ਇੰਟਰਸਟਸ ਹੁੰਦੇ ਆ, ਤਾਂ ਕਰਕੇ ਇੰਡੀਵਿਜੂਅਲ ਇੰਟਰਸਟ ਟੂ ਜਨਰਲ ਇੰਟਰਸਟ ਮੀਨਸ ਮਤਲਬ ਕਿ ਹਰੇਕ ਬੰਦੇ ਦਾ ਜੋ ਵੀ ਇੰਡੀਵਿਜੂਅਲ ਇੰਟਰਸਟ ਹੈ ਉਹਨੂੰ ਛੱਡ ਕੇ ਤੁਸੀਂ ਇੱਕ ਜਨਰਲ ਇੰਟਰਸਟ 'ਤੇ ਫੋਕਸ ਕਰਨਾ। ਮੀਨਸ ਜੋ ਵੀ ਤੁਹਾਡੇ ਬਿਜ਼ਨਸ ਦਾ ਅਬਜੈਕਟਿਵ ਹੈ ਉਹਦੇ 'ਤੇ ਫੋਕਸ ਕਰਨਾ ਹੈ। ਸਪੋਜ਼ ਕਰੋ ਤੁਹਾਡੇ ਬਿਜ਼ਨਸ ਦਾ ਮੇਨ ਏਮ ਹੈ ਪ੍ਰੋਫਿਟ ਅਰਨ ਕਰਨਾ, ਤਾਂ ਜਿਹੜੇ ਤੁਸੀਂ ਆਪਦੇ ਇੰਟਰਸਟ ਨੂੰ ਛੱਡ ਕੇ ਸਾਰਾ ਮੇਨ ਫੋਕਸ ਕਰਤੇ ਲਾਓਗੇ ਜਨਰਲ ਇੰਟਰਸਟ 'ਤੇ, ਬਿਜ਼ਨਸ ਪ੍ਰੋਫਿਟ ਅਰਨ ਕਰੂਗਾ ਤਾਂ ਓਬਵੀਅਸ ਹੈ ਤੁਹਾਡੀਆਂ ਜੋ ਜ਼ਰੂਰਤਾਂ ਉਹ ਵੀ ਪੂਰੀਆਂ ਹੋਣਗੀਆਂ। 7th ਪੁਆਇੰਟ ਇਜ਼ ਫੇਅਰ ਰੈਮੂਨਰੇਸ਼ਨ ਮੀਨਸ ਸੈਲਰੀ। ਜਿੰਨਾ ਵੀ ਤੁਸੀਂ ਵਰਕਰਸ ਤੋਂ ਕੰਮ ਲੈਂਦੇ ਹੋ ਜਾਂ ਐਕਸਟਰਾ ਵਰਕ ਉਹ ਕਰਦੇ ਆ ਤਾਂ ਐਕਸਟਰਾ ਪੇ ਕਰਦੇ ਹੋ, ਤਾਂ ਫੇਅਰ ਰੈਮੂਨਰੇਸ਼ਨ ਹੋਣਾ ਚਾਹੀਦਾ ਹੈ। ਮਤਲਬ ਉਹਨਾਂ ਨੂੰ ਅਕੋਰਡਿੰਗ ਟੂ ਵਰਕ ਉਹਨਾਂ ਦਾ ਜੋ ਪੇ ਸਕੇਲ ਹੈ ਜਾਂ ਉਹਦੀ ਸੈਲਰੀ ਹੈ ਅਕੋਰਡਿੰਗ ਟੂ ਵਰਕ ਫਿਕਸ ਕਰਨੀ ਚਾਹੀਦੀ ਹੈ। 8th ਪੁਆਇੰਟ ਸੈਂਟਰਲਾਈਜੇਸ਼ਨ ਡੀਸੈਂਟਰਲਾਈਜੇਸ਼ਨ। ਸੈਂਟਰਲਾਈਜੇਸ਼ਨ ਹੁੰਦਾ ਜਦੋਂ ਪਾਵਰ ਇਨ ਫਿਊ ਹੈਂਡਸ, ਜੋ ਵੀ ਤੁਹਾਡੇ ਬਿਜ਼ਨਸ ਦੀ ਪਾਵਰ ਹੈ, ਮੀਨਸ ਜੋ ਵੀ ਕੰਮ ਕਰਨਾ ਤਾਂ ਜੋ ਵੀ ਡਿਸੀਜ਼ਨਸ ਲੈਣੇ ਆ ਉਹ ਪਾਵਰ ਕੁਛ ਕੁ ਲੋਕਾਂ ਕੋਲ ਹੈ, ਉਹਨੂੰ ਕਹਿੰਦੇ ਸੈਂਟਰਲਾਈਜੇਸ਼ਨ। ਮੀਨਸ ਇੱਕ ਬਿਜ਼ਨਸ ਦੇ ਵਿੱਚ 3-4 ਬੰਦੇ ਆ ਜਿਨ੍ਹਾਂ ਨੇ ਸਾਰਾ ਕੁਛ ਡਿਸਾਈਡ ਕਰਨਾ ਹੁੰਦਾ ਵੀ ਆਹ ਵਾਲਾ ਪਲਾਨ ਬਣੂਗਾ, ਇਹਨੂੰ ਤੁਸੀਂ ਐਂ ਇੰਪਲੀਮੈਂਟ ਕਰਨਾ, ਮੀਨਸ ਓਵਰਆਲ ਡਾਇਰੈਕਸ਼ਨ ਵਾਸਤੇ, ਉਹ ਹੈਗੀ ਸੈਂਟਰਲਾਈਜੇਸ਼ਨ। ਡੀਸੈਂਟਰਲਾਈਜੇਸ਼ਨ ਆ ਮੀਨਸ ਜਿੱਥੇ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਪਾਵਰ ਮਿਲਦੀ ਹੈ, ਜਿਵੇਂ ਇੰਪਲੋਈਜ਼ ਆ ਤਾਂ ਉਹ ਵੀ ਕਿਸੇ ਨਾ ਕਿਸੇ ਮੀਟਿੰਗ ਦੇ ਵਿੱਚ ਜਾਂ ਕਿਸੇ ਨਾ ਕਿਸੇ ਕੰਮ ਦੇ ਵਿੱਚ ਬੋਲ ਸਕਦੇ ਆ। ਸੋ ਬਿਜ਼ਨਸ ਵਿੱਚ ਸੈਂਟਰਲਾਈਜੇਸ਼ਨ ਵੀ ਹੋਣੀ ਚਾਹੀਦੀ ਹੈ ਅਤੇ ਡੀਸੈਂਟਰਲਾਈਜੇਸ਼ਨ ਵੀ ਹੋਣੀ ਚਾਹੀਦੀ ਆ। ਮੀਨਸ ਅਕੋਰਡਿੰਗ ਟੂ ਸਿਚੁਏਸ਼ਨ, ਜੇ ਤਾਂ ਕੋਈ ਕੰਮ ਇਹੋ ਜਿਹਾ ਵੀ ਜਿੱਥੇ ਹਾਇਰ ਅਥਾਰਟੀ ਦੀ ਲੋੜ ਹੈ ਉੱਥੇ ਸੈਂਟਰਲਾਈਜੇਸ਼ਨ ਫੋਲੋ ਕਰੋ, ਜਿੱਥੇ ਆਪਾਂ ਨੂੰ ਇੰਪਲੋਈਜ਼ ਦੇ ਪਾਰਟੀਸਪੇਸ਼ਨ ਦੀ ਲੋੜ ਹੈ ਉੱਥੇ ਡੀਸੈਂਟਰਲਾਈਜੇਸ਼ਨ ਫੋਲੋ ਕਰੋ। ਨੈਕਸਟ 9th ਪੁਆਇੰਟ ਇਜ਼ ਸਕੇਲਰ ਚੇਨ। ਸਕੇਲਰ ਚੇਨ ਮੀਨਸ ਜਿਵੇਂ ਆਪਾਂ ਕੋਈ ਸਪੋਜ਼ ਕਰੋ ਏ ਨੇ ਐਫ ਨਾਲ ਕੋਈ ਗੱਲ ਕਰਨੀ ਆ ਤਾਂ ਉੱਥੇ ਇੱਕ ਚੇਨ ਆਪਣੀ ਬਣੀ ਹੁੰਦੀ ਹੈ। ਜਿਵੇਂ ਆਪਾਂ ਹਾਇਰ ਅਥਾਰਟੀ ਨੂੰ ਦੱਸਦੇ ਹਾਂ, ਫਿਰ ਅੱਗੇ ਹਾਇਰ ਅਥਾਰਟੀ ਕੋਲ ਗੱਲ ਜਾਂਦੀ ਹੈ, ਫਿਰ ਅੱਗੇ ਹਾਇਰ ਅਥਾਰਟੀ ਕੋਲ। ਜਿਵੇਂ ਹੁਣ ਇੱਥੇ ਇੱਕ ਚੇਨ ਹੈ ਵੀ ਏ ਪਹਿਲਾਂ ਬੀ ਨੂੰ ਦੱਸਦਾ, ਬੀ ਫਿਰ ਸੀ ਨੂੰ ਦੱਸਦਾ, ਸੀ ਡੀ ਨੂੰ ਦੱਸਦਾ, ਫਿਰ ਗੱਲ ਈ ਕੋਲ ਆਉਂਦੀ ਹੈ, ਫਿਰ ਐਫ ਕੋਲ ਪਹੁੰਚਦੀ ਹੈ। ਤਾਂ ਉਹ ਇੱਕ ਬਹੁਤ ਵੱਡੀ ਚੇਨ ਬਣ ਜਾਂਦੀ ਹੈ, ਜੋ ਗੱਲ ਮਤਲਬ ਜੋ ਵੀ ਡਿਸੀਜ਼ਨ ਹੈ ਜਾਂ ਜੋ ਵੀ ਪਲਾਨ ਆ ਉਹ ਪਹੁੰਚਦੇ ਬਹੁਤ ਟਾਈਮ ਲੱਗ ਜਾਂਦਾ ਹੈ। ਤਾਂ ਕਰਕੇ ਸਕੇਲਰ ਚੇਨ ਦੇ ਵਿੱਚ ਕੀ ਹੈ ਵੀ ਇਹ ਇੱਕ ਚੇਨ ਹੈ, ਬਟ ਇਸ ਚੇਨ ਨੂੰ ਸਕਸੈਸਫੁਲ ਬਣਾਉਣ ਵਾਸਤੇ ਆਪਾਂ ਨੂੰ ਇੱਕ ਲਾਈਨ ਡਰੋ ਕਰਨੀ ਚਾਹੀਦੀ ਹੈ। ਲਾਈਨ ਮੀਨਸ ਜਿਵੇਂ ਏ ਨੇ ਐਫ ਨਾਲ ਗੱਲ ਕਰਨੀ ਹੈ ਅਤੇ ਏ ਡਾਇਰੈਕਟਲੀ ਐਫ ਨਾਲ ਗੱਲ ਕਰ ਸਕਦਾ। ਸੋ ਦਿਸ ਲਾਈਨ ਰਿਲੇਟਡ ਟੂ ਗੈਂਗ ਪਲੈਂਕ, ਇਹਨੂੰ ਆਪਾਂ ਗੈਂਗ ਪਲੈਂਕ ਬੋਲਦੇ ਹਾਂ। ਮੀਨਸ ਜਿਵੇਂ ਸਕੇਲਰ ਚੇਨ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ, ਜਦੋਂ ਤੁਸੀਂ ਕੋਈ ਡਿਸੀਜ਼ਨ ਲੈਣਾ ਜਾਂ ਪਲਾਨ ਬਣਾਉਣਾ ਤਾਂ ਉਹਦੇ ਵਿੱਚ ਇੱਕ ਤੁਹਾਨੂੰ ਹੈਲਪ ਮਿਲਦੀ ਹੈ, ਤੁਸੀਂ ਗੈਂਗ ਪਲੈਂਕ ਡਰੋ ਕਰੋ, ਮਤਲਬ ਡਾਇਰੈਕਟਲੀ ਤੁਸੀਂ ਗੱਲ ਕਰੋ। ਜਿਵੇਂ ਹੁਣ ਏ ਨੇ ਗੱਲ ਕਰਨੀ ਸੀ ਆਪਣਾ, ਤਾਂ ਉਹਦੇ ਵਿੱਚ ਉਹਨੂੰ ਜੋ ਵੀ ਮਿਡਲ ਮੈਨ ਹੈ, ਜੋ ਵੀ ਚੇਨ ਪਰਸਨ ਆ ਉਹਨਾਂ ਨੂੰ ਛੱਡ ਕੇ ਉਹ ਡਾਇਰੈਕਟਲੀ ਗੱਲ ਕਰ ਸਕਦਾ, ਉਹ ਸਕੇਲਰ ਚੇਨ ਹੈ। ਇਹਨਾਂ ਜੋ ਵੀ ਤੁਹਾਡਾ ਟਾਈਮ ਵੇਸਟ ਹੋਊਗਾ ਉਹ ਬਚ ਜੂਗਾ। ਨੈਕਸਟ 10th ਪੁਆਇੰਟ ਇਜ਼ ਆਰਡਰ। ਆਰਡਰ ਮੀਨਸ ਜੋ ਵੀ ਸਹੀ ਚੀਜ਼ ਹੈ ਉਹ ਸਹੀ ਜਗ੍ਹਾ 'ਤੇ ਹੋਣੀ ਚਾਹੀਦੀ ਹੈ। ਮੀਨਸ ਰਾਈਟ ਮਟੀਰੀਅਲ ਐਟ ਰਾਈਟ ਪਲੇਸ ਔਰ ਰਾਈਟ ਪਰਸਨ ਐਟ ਰਾਈਟ ਪੋਸਟ। ਜਿਵੇਂ ਜੋ ਵੀ ਪਰਸਨ ਉਹਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਉਹਨੂੰ ਜੋਬ ਮਿਲਣੀ ਚਾਹੀਦੀ ਹੈ, ਮਤਲਬ ਜਿੰਨੀ ਉਹਦੀ ਕੁਆਲੀਫਿਕੇਸ਼ਨ ਹੈ ਉਹਦੇ ਅਕੋਰਡਿੰਗ ਉਹਨੂੰ ਵਰਕ ਮਿਲਣਾ ਚਾਹੀਦਾ। ਜੋ ਵੀ ਮਟੀਰੀਅਲ ਹੈ, ਜਿਵੇਂ ਸਪੋਜ਼ ਕਰੋ ਕੋਈ ਵੀ ਮਟੀਰੀਅਲ ਰॉ ਫੈਕਟਰ ਹੈ, ਉਹਨੂੰ ਉਹਦੀ ਰਾਈਟ ਜਗ੍ਹਾ 'ਤੇ ਹੋਣਾ ਚਾਹੀਦਾ। ਇੱਕ ਆਰਡਰ ਹੋਣਾ ਚਾਹੀਦਾ ਬਿਜ਼ਨਸ ਦੇ ਵਿੱਚ। ਨੈਕਸਟ 11th ਪੁਆਇੰਟ ਇਜ਼ ਐਕਿਊਟੀ। ਐਕਿਊਟੀ ਮੀਨਸ ਇਕੁਅਲਾਈਜੇਸ਼ਨ। ਇਹਦੇ 'ਚ ਬਿਜ਼ਨਸਮੈਨ ਜੋ ਵੀ ਬਿਜ਼ਨਸ ਦਾ ਹੈੱਡ ਹੈ ਜਾਂ ਜੋ ਵੀ CEO ਹੈ ਜਾਂ ਮੈਨੇਜਿੰਗ ਡਾਇਰੈਕਟਰ ਹੈ, ਉਹਨਾਂ ਦਾ ਮੇਨ ਏਮ ਹੈ ਕਿ ਇਹ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਵਿੱਚ ਕੋਈ ਭੇਦਭਾਵ ਨਾ ਕਰਨ, ਕੋਈ ਫੇਵਰੇਟ ਜਾਂ ਕੋਈ ਵੀ ਨੈਪੋਟਿਜ਼ਮ ਨਹੀਂ ਹੋਣਾ ਚਾਹੀਦਾ, ਸਾਰਿਆਂ ਨੂੰ ਬਰਾਬਰ ਬਣਾ ਕੇ ਚੱਲਣਾ ਚਾਹੀਦਾ, ਇਕੁਅਲਾਈਜੇਸ਼ਨ ਰੱਖਣੀ ਚਾਹੀਦੀ ਹੈ। 13 ਪੁਆਇੰਟ ਇਜ਼ ਇਨੀਸ਼ੀਏਟਿਵ। ਇਨੀਸ਼ੀਏਟਿਵ ਮੀਨਸ ਮੋਟੀਵੇਸ਼ਨ। ਮੋਟੀਵੇਸ਼ਨ ਮੀਨਸ ਟਾਈਮ ਟੂ ਟਾਈਮ ਜੋ ਵੀ ਤੁਹਾਡੇ ਵਰਕਰ ਹੈ, ਜੇ ਉਹ ਵਧੀਆ ਵਰਕ ਕਰ ਰਹੇ ਹੈ ਤਾਂ ਉਹਨਾਂ ਨੂੰ ਮੋਟੀਵੇਟ ਕਰੋ, ਅਤੇ ਜੇ ਉਹ ਨਹੀਂ ਵੀ ਵਧੀਆ ਵਰਕ ਕਰੇ ਫਿਰ ਵੀ ਉਹਨੂੰ ਥੋੜ੍ਹੀ ਬਹੁਤ ਗਾਈਡੈਂਸ ਦਿਓ, ਟ੍ਰੇਨਿੰਗ ਦਿਓ ਤਾਂ ਕਿ ਉਹ ਵਧੀਆ ਹੋ ਜਾਣ, ਮਤਲਬ ਇਨੀਸ਼ੀਏਟ ਕਰਦੇ ਰਹੋ। 14 ਪੁਆਇੰਟ ਇਜ਼ ਐਸਪ੍ਰਿਟਸ ਦੇ ਕ੍ਰੌਪਸ। ਸੋਰੀ ਇਟਸ 12 ਪੁਆਇੰਟ, ਇਟਸ 13 ਔਰ ਇਟ ਇਜ਼ 14।
ਨੈਕਸਟ ਇਜ਼ ਐਸਪਰਿਟ ਸੇ ਕੋਪ, ਇਟ ਮੀਨਸ ਕੋਆਪਰੇਸ਼ਨ। ਬਿਜ਼ਨਸ ਦੇ ਵਿੱਚ ਕੋਆਪਰੇਸ਼ਨ ਹੋਣਾ ਚਾਹੀਦਾ ਹੈ। ਮੀਨਸ ਜੋ ਵੀ ਬਿਜ਼ਨਸਮੈਨ ਉਹਨਾਂ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ, ਚਾਹੇ ਉਹ ਇੰਪਲੋਈਜ਼ ਹੈ, ਚਾਹੇ ਹਾਇਰ ਅਥਾਰਟੀ ਟੂ ਲੋਅਰ ਅਥਾਰਟੀ ਹੈ, ਚਾਹੇ ਮਿਡਲ ਲੈਵਲ ਟੂ ਲੋਅਰ ਲੈਵਲ ਹੈ, ਜੋ ਵੀ ਲੈਵਲਸ ਹੈ ਉਹਨਾਂ ਵਿੱਚ ਆਪਸ 'ਚ ਪ੍ਰੋਪਰ ਤਾਲਮੇਲ, ਕੋਆਰਡੀਨੇਸ਼ਨ, ਟਰਸਟ ਹੋਣਾ ਚਾਹੀਦਾ। ਲਾਸਟ ਪੁਆਇੰਟ 14, ਸਟੇਬਿਲਿਟੀ ਇਨ ਟੈਨਿਓਰ ਆਫ ਪਰਸੋਨਲ। ਟੈਨਿਓਰ ਮੀਨਸ ਟਾਈਮ, ਸਟੇਬਿਲਿਟੀ ਮੀਨਸ ਇੱਕ ਸਥਿਰਤਾ। ਜੋ ਵੀ ਪਰਸੋਨਲ ਮੀਨਸ ਜੋ ਵੀ ਪਰਸਨ ਹੈ, ਮਤਲਬ ਜੋ ਵੀ ਪਰਸਨ ਔਰ ਜੋ ਵੀ ਇੰਪਲੋਈਜ਼ ਹੈ ਜਾਂ ਜੋ ਵੀ ਮੈਨੇਜਰ ਹੈ, ਜੋ ਵੀ ਤੁਹਾਡੇ ਬਿਜ਼ਨਸ 'ਚ ਕੰਮ ਕਰ ਰਿਹਾ, ਉਹਨਾਂ ਦੇ ਟਾਈਮ ਪੀਰੀਅਡ 'ਚ ਇੱਕ ਸਟੇਬਿਲਿਟੀ ਹੋਣੀ ਚਾਹੀਦੀ ਹੈ। ਸਟੇਬਿਲਿਟੀ ਮੀਨਸ ਉਹ ਤੁਹਾਡੀ ਬਿਜ਼ਨਸ ਨੂੰ ਕਦੇ ਵੀ ਛੱਡ ਕੇ ਨਾ ਜਾਣ। ਤਾਂ ਉਹ ਸਟੇਬਿਲਿਟੀ ਬਣਾਉਣ ਵਾਸਤੇ ਆਪਾਂ ਨੂੰ ਉਹਨਾਂ ਨੂੰ ਟਾਈਮ ਟੂ ਟਾਈਮ ਪ੍ਰੋਪਰਲੀ ਵੇਜਿਸ ਪ੍ਰੋਪਰ ਦੇਣੀਆਂ ਪੈਣਗੀਆਂ, ਵਰਕਿੰਗ ਕੰਡੀਸ਼ਨਸ ਪ੍ਰੋਪਰ ਦੇਣੀਆਂ ਪੈਣਗੀਆਂ, ਪ੍ਰੋਪਰਲੀ ਉਹਨਾਂ ਜੋ ਵੀ ਉਹਨਾਂ ਦੀਆਂ ਗ੍ਰੀਵੈਂਸਸ ਹੈ ਜਾਂ ਜੋ ਵੀ ਉਹਨਾਂ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ ਪ੍ਰੋਪਰ ਡਿਸਕਸ ਕਰਨਾ ਪਊਗਾ। ਤਾਂ ਉਹਨਾਂ ਨੂੰ ਸਟੇਬਲ ਰੱਖਣ ਵਾਸਤੇ, ਬਿਜ਼ਨਸ ਦੇ ਨਾਲ ਲਿੰਕ ਉਹਨਾਂ ਦਾ ਬਣਾਈ ਰੱਖਣ ਵਾਸਤੇ ਜਾਂ ਬਿਜ਼ਨਸ ਨਾਲ ਉਹਨਾਂ ਨੂੰ ਜੋੜੀ ਰੱਖਣ ਵਾਸਤੇ ਇਹ ਚੀਜ਼ਾਂ ਜ਼ਰੂਰੀ ਹੈ। ਤਾਂ ਉਹਨਾਂ ਦੀ ਜਿਹੜਾ ਟੈਨਿਓਰ ਹੈ ਉਹ ਸਟੇਬਲ ਹੋਣਾ ਚਾਹੀਦਾ ਹੈ। ਵੀ ਐਵੇਂ ਨਹੀਂ ਹੋਣਾ ਚਾਹੀਦਾ ਵੀ ਵਰਕਰ ਵਾਰੀ ਚੇਂਜ ਕਰੀ ਜਾ ਰਹੇ ਆ। ਤਾਂ ਜਿਵੇਂ ਜਿਵੇਂ ਵਰਕਰ ਚੇਂਜ ਕਰਨਗੇ ਉਵੇਂ ਉਵੇਂ ਤੁਹਾਡੇ ਬਿਜ਼ਨਸ ਦੇ ਐਕਸਪੈਂਸ ਵਧਣਗੇ, ਕਿਉਂਕਿ ਜਦੋਂ ਵੀ ਨਿਊ ਵਰਕ ਆਊਗਾ ਫਿਰ ਉਹਨਾਂ ਨੂੰ ਤੁਹਾਨੂੰ ਟ੍ਰੇਨਿੰਗ ਦੇਣੀ ਪਊਗੀ, ਤਾਂ ਉਹਦੇ ਨਾਲ ਤੁਹਾਡਾ ਬਿਜ਼ਨਸ ਦੇ ਜੋ ਖਰਚੇ ਇਨਕਰੀਜ਼ ਹੋਣਗੇ। ਸੋ ਜਿਹੜੇ ਟੈਨਿਓਰ ਹੈ ਵਰਕਰਸ ਦਾ ਸਟੇਬਲ ਹੋਣਾ ਚਾਹੀਦਾ। So these are all about the principles of management. Next main topic in this chapter is scientific management. Scientific management is given by F.W. Taylor, or F.W. Taylor, Frederick Winslow Taylor is the father of scientific management, born on 1856. Means of scientific management means done the management with science. Rules of science ਆਰ ਯੂਜ਼ਡ ਇਨ ਮੈਨੇਜਮੈਂਟ। ਲਾਈਕ ਵੀ ਮਤਲਬ ਜੋ ਵੀ ਤੁਸੀਂ ਮੈਨੇਜਮੈਂਟ ਕਰਨੀ ਹੈ ਉਹਦੇ 'ਚ ਤੁਸੀਂ ਸਾਇੰਸ ਦੀਆਂ ਐਪਲੀਕੇਬਿਲਿਟੀਜ਼ ਲੈ ਕੇ ਚੱਲਣਾ। ਸੋ ਮੀਨਿੰਗ ਆਰਟ ਆਫ ਨੋਇੰਗ ਐਗਜ਼ੈਕਟਲੀ ਵਟ ਇਜ਼ ਟੂ ਬੀ ਡਨ ਐਂਡ ਦ ਬੈਸਟ ਵੇ ਆਫ ਡੂਇੰਗ ਇਟ। ਮੇਨ ਸਾਇੰਟਿਫਿਕ ਮੈਨੇਜਮੈਂਟ ਦਾ ਮੇਨ ਮਤਲਬ ਹੈ ਵੀ ਇਹ ਇੱਕ ਆਰਟ ਹੈ ਜਿਹਨਾਂ ਤੁਸੀਂ ਜਾਣ ਸਕਦੇ ਹੋ ਵੀ ਤੁਸੀਂ ਕੀ ਕਰਨਾ ਹੈ ਅਤੇ ਉਸ ਨੂੰ ਕਰਨ ਦਾ ਬੈਸਟ ਤਰੀਕਾ ਕੀ ਹੋਣਾ ਚਾਹੀਦਾ। ਸੋ ਇੱਕ ਆਰਟ ਹੈ ਜਿਹਨਾਂ ਤੁਸੀਂ ਜਾਣ ਸਕਦੇ ਹੋ ਵਟ ਇਜ਼ ਟੂ ਬੀ ਡਨ ਔਰ ਬੈਸਟ ਵੇ ਆਫ ਡੂਇੰਗ। ਮਤਲਬ ਸਾਇੰਟਿਫਿਕ ਮੈਨੇਜਮੈਂਟ ਤੁਸੀਂ ਬੈਸਟ ਵੇ ਚੂਜ਼ ਕਰਨਾ ਜਿਹਨਾਂ ਤੁਸੀਂ ਆਪਦਾ ਵਰਕ ਕੰਪਲੀਟ ਕਰ ਸਕੋ। Next, there are some principles of scientific management. First principle is a science, not rule of thumb. As we discussed, science मतलब ਇੱਥੇ ਸਾਇੰਸ ਹੋਣੀ ਚਾਹੀਦੀ ਹੈ, ਨਾ ਕਿ ਰੂਲ ਆਫ ਥੰਮ। ਰੂਲ ਆਫ ਥੰਮ ਮਤਲਬ ਜੋ ਵੀ ਤੁਹਾਡੇ ਪਹਿਲਾਂ ਦੇ ਕੋਈ ਰੂਲ ਚੱਲੀ ਆ ਰਿਹਾ, ਜਿਵੇਂ ਮਤਲਬ ਇੱਕ ਪਰਮਾਨੈਂਟ ਰੂਲ ਹੈ ਉਹ ਤੁਹਾਡੇ ਬਿਜ਼ਨਸ 'ਚ ਕੋਈ ਅਪਲਾਈ ਕੀਤਾ ਜਾਂਦਾ, ਤਾਂ ਤੁਸੀਂ ਇਹ ਨਹੀਂ ਵੀ ਹੁਣ ਵੀ ਤੁਸੀਂ ਉਹੀ ਰੂਲ ਅਪਲਾਈ ਕਰੀ ਜਾ ਰਹੇ ਹੋ। ਮਤਲਬ ਕੋਈ ਉਹ 'ਚ ਚੇਂਜ ਨਹੀਂ ਹੋ ਰਿਹਾ, ਕੋਈ ਐਕਸਪੈਰੀਮੈਂਟ ਨਹੀਂ ਹੋ ਰਿਹਾ, ਕੋਈ ਵੇਰੀਏਸ਼ਨ ਨਹੀਂ ਹੋ ਰਹੀ। ਮੀਨਸ ਤੁਸੀਂ ਸਾਇੰਸ ਫੋਲੋ ਕਰਨੀ ਹੈ, ਰੂਲ ਆਫ ਥੰਮ ਫੋਲੋ ਨਹੀਂ ਕਰਨੀ। ਮੇਨ ਤੁਹਾਡਾ ਸਿਧਾਂਤ ਇਹ ਹੋਣਾ ਚਾਹੀਦਾ। ਜਿਵੇਂ ਕਿ ਸਪੋਜ਼ ਕਰੋ ਜੋ ਵੀ ਤੁਸੀਂ ਬਿਜ਼ਨਸ 'ਚ ਤੁਹਾਡੇ ਵਰਕਰ ਵਰਕ ਕਰ ਰਹੇ ਆ, ਉਹਨਾਂ ਨੂੰ ਜੋ ਤੁਸੀਂ ਵੇਜਿਸ ਦੇਣੀ ਆ ਉਹ ਟਾਈਮ ਸਟੱਡੀ ਅਕੋਰਡਿੰਗ ਉਹਨਾਂ ਨੂੰ ਵੇਜਿਸ ਪ੍ਰੋਵਾਈਡ ਕਰਨੀ ਹੈ। ਮਤਲਬ ਜਿੰਨੀਆਂ ਵੀ ਤੁਸੀਂ ਵੇਜਿਸ ਉਹਨਾਂ ਨੂੰ ਦਿੰਦੇ ਆ ਤਾਂ ਪਹਿਲਾਂ ਉਹਨਾਂ ਦਾ ਟਾਈਮ ਦੇਖੋ, ਜਿੰਨਾ ਉਹ ਟਾਈਮ ਲਗਾਉਂਦੇ ਆ। ਜੇ ਟਾਈਮ ਵੱਧ ਲਗਾ ਰਹੇ ਆ, ਲਿਮਟਡ ਜਿੰਨਾ ਮੈਕਸੀਮਮ ਟਾਈਮ ਹੈ ਵੱਧ ਲਗਾ ਰਹੇ ਤਾਂ ਵੇਜਿਸ ਘਟਾ ਦਿਓ। ਜੇ ਉਹ ਲਿਮਟਡ ਟਾਈਮ ਤੋਂ ਘੱਟ 'ਚ ਵੀ ਪੂਰਾ ਕਰ ਲੈਂਦੇ ਆ ਤਾਂ ਫਿਰ ਉਹਨਾਂ ਨੂੰ ਵੇਜਿਸ ਵੱਧ ਦਿਓ। ਤਾਂ ਟਾਈਮ ਸਟੱਡੀ ਦੇ ਅਕੋਰਡਿੰਗ ਉਹਨਾਂ ਨੂੰ ਵੇਜਿਸ ਪ੍ਰੋਵਾਈਡ ਕਰੋ। ਨੈਕਸਟ ਸੈਕਿੰਡ ਪੁਆਇੰਟ, ਹਾਰਮੋਨੀ ਨੋਟ ਡਿਸਕੋਰਡ। ਇਟ ਮੀਨਸ ਮਤਲਬ ਜੋ ਵੀ ਬਿਜ਼ਨਸ ਆ ਉਹ 'ਚ ਸਮੂਥਨੈਸ ਹੋਣੀ ਚਾਹੀਦੀ ਆ, ਹਾਰਮੋਨੀ ਹੋਣੀ ਚਾਹੀਦੀ ਹੈ। ਨੋਟ ਡਿਸਕੋਰਡ ਮੀਨਸ ਕੋਈ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ, ਜਿਵੇਂ ਕਿ ਜੋ ਵੀ ਗ੍ਰੀਵੈਂਸਿਸ ਵਗੈਰਾ ਹੁੰਦੇ ਆ ਤਾਂ ਉਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਮੀਨਸ ਜਿਵੇਂ ਹੁਣ ਦੇਖੋ ਇੰਪਲੋਈਜ਼ ਹੈ, ਇੰਪਲੋਈਜ਼ ਨੂੰ ਕੀ ਬੈਨੀਫਿਟ ਹੈ ਇੰਪਲੋਈਜ਼ ਦਾ, ਵੀ ਉਹਨੂੰ ਵੇਜਿਸ ਵੱਧ ਚਾਹੀਦੀਆਂ। ਅਤੇ ਜੋ ਬਿਜ਼ਨਸਮੈਨ ਹੈ ਉਹਨੂੰ ਕੀ ਚਾਹੀਦਾ, ਉਹਨੂੰ ਪ੍ਰੋਫਿਟਸ ਚਾਹੀਦੇ ਆ। ਹੁਣ ਦੇਖੋ ਦੋਨਾਂ ਦੇ ਜੇ ਦੋਵੇਂ ਆਪਦੇ ਏਮ ਅਗਰ ਜਾਣਗੇ, ਮੀਨਸ ਜੇ ਤਾਂ ਇੰਪਲੋਈਜ਼ ਸਿਰਫ ਵੇਜਿਸ ਸੈਲਰੀ ਨਾਲ ਇਫੈਕਟ ਹੋਣਗੇ ਔਰ ਜੋ ਬਿਜ਼ਨਸਮੈਨ ਉਹ ਪ੍ਰੋਫਿਟਸ ਵੱਲ ਜਾਣਗੇ, ਤਾਂ ਫਿਰ ਤਾਂ ਦੋਨਾਂ 'ਚ ਆਪਸ ਡਿਸਕੋਰਡ ਹੋਊਗਾ। ਮਤਲਬ ਦੋਨਾਂ 'ਚ ਲੜਾਈ ਝਗੜੇ ਹੋਊਗਾ, ਕਿਉਂਕਿ ਉਹਨਾਂ ਨੂੰ ਐਂ ਵੀ ਸਾਡੀ ਸੈਲਰੀਜ਼ ਇਨਕਰੀਜ਼ ਹੋ ਜਾਣ, ਜੋ ਬਿਜ਼ਨਸਮੈਨ ਆ ਉਹਨੂੰ ਵੀ ਮੇਰੇ ਪ੍ਰੋਫਿਟਸ ਇਨਕਰੀਜ਼ ਹੋ ਜਾਣ। ਬਟ ਇਹ ਦੋਨੇ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ 'ਚ ਹਾਰਮੋਨੀ ਹੋਣੀ ਚਾਹੀਦੀ ਆ। ਮੀਨਸ ਦੋਨੋਂ ਪਾਰਟੀਜ਼ ਰਲ ਕੇ ਕੰਮ ਕਰਨ ਤਾਂ ਕਿ ਜਿਹੜਾ ਬਿਜ਼ਨਸ ਆ ਉਹ 'ਚ ਕੋਈ ਵੀ ਡਿਸਕੋਰਡ ਨਾ ਹੋਣ, ਕੋਈ ਲੜਾਈ ਝਗੜੇ ਨਾ ਹੋਣ। ਨੈਕਸਟ ਹੈ ਕੋਆਪਰੇਸ਼ਨ ਨੋਟ ਇੰਡੀਵਿਜੂਅਲਿਜ਼ਮ। ਜੋ ਵੀ ਬਿਜ਼ਨਸ ਦਾ ਕੰਮ ਉਹ ਰਲ ਮਿਲ ਕੇ ਹੋਣਾ ਚਾਹੀਦਾ, ਕੋਈ ਇਕੱਲੇ ਪਰਸਨ ਨੇ ਨਹੀਂ ਕਰਨਾ, ਕੋਈ ਇੰਡੀਵਿਜੂਅਲਿਜ਼ਮ 'ਤੇ ਨਹੀਂ ਹੋਣਾ ਚਾਹੀਦਾ। ਫੋਰ ਐਗਜ਼ਾਮਪਲ ਜਿਵੇਂ ਤੁਸੀਂ ਬਿਜ਼ਨਸ 'ਚ ਕੋਈ ਵੀ ਟਾਰਗੇਟ ਸੈੱਟ ਕੀਤੇ ਜਾਂਦੇ ਆ ਵੀ ਤੁਸੀਂ ਸਪੋਜ਼ ਕਰੋ 100 ਯੂਨਿਟਸ ਬਣਾਉਣੀ ਹੈ। ਜਿਹੜਾ ਵੀ ਇਹ ਤੁਹਾਡਾ ਟਾਰਗੇਟ ਹੈ ਇਹ ਤੁਸੀਂ ਪਹਿਲਾਂ ਇੰਪਲੋਈਜ਼ ਨਾਲ ਡਿਸਕਸ ਕਰੋ। ਇੰਪਲੋਈਜ਼ ਨਾਲ ਡਿਸਕਸ ਕਰੋਗੇ ਤਾਂ ਇੰਪਲੋਈਜ਼ ਆਪਦੇ ਵਿਊ ਪੁਆਇੰਟ ਦੇਣਗੇ, ਤਾਂ ਉਹਨਾਂ ਨੂੰ ਫੀਲ ਹੋਊਗਾ ਵੀ ਇੱਥੇ ਕੋਆਪਰੇਸ਼ਨ ਵਾਲੀ ਸਟ੍ਰੈਟਜੀ ਚੱਲ ਰਹੀ ਹੈ, ਇੰਡੀਵਿਜੂਅਲਿਜ਼ਮ ਨਹੀਂ ਚੱਲ ਰਿਹਾ। ਸੋ ਇੰਡੀਵਿਜੂਅਲਿਜ਼ਮ ਨਹੀਂ ਹੋਣਾ ਚਾਹੀਦਾ। ਟਾਰਗੇਟ ਜੇ ਫਿਕਸ ਕੀਤੇ ਜਾਂਦੇ ਆ ਤਾਂ ਪਹਿਲਾਂ ਇੰਪਲੋਈਜ਼ ਤੋਂ ਪੁੱਛਿਆ ਜਾਵੇ ਵੀ ਇੰਨਾ ਟਾਰਗੇਟ ਅਸੀਂ ਰੱਖਣ ਜਾ ਰਹੇ ਹਾਂ ਕਿ ਤੁਸੀਂ ਕੰਪਲੀਟ ਕਰ ਪਾਓਗੇ। ਨੈਕਸਟ ਫੋਰਥ ਪੁਆਇੰਟ ਇਜ਼ ਡਿਵੈਲਪਮੈਂਟ ਆਫ ਵਰਕਰ। ਡਿਵੈਲਪਮੈਂਟ ਆਫ ਵਰਕਰ ਮੀਨਸ ਜੋ ਵੀ ਵਰਕਰ ਤੁਹਾਡੇ
ਬਿਜ਼ਨਸ 'ਚ ਆਉਂਦੇ ਆ ਉਹਨਾਂ ਨੂੰ ਡਿਵੈਲਪਮੈਂਟ ਕਰਨੀ। ਜਿਵੇਂ ਜੋ ਵੀ ਵਰਕਰ ਨਿਊ ਆਇਆ ਤਾਂ ਉਹਨੂੰ ਪ੍ਰੋਪਰ ਪਹਿਲਾਂ ਟ੍ਰੇਨਿੰਗ ਵਗੈਰਾ ਦੇਣੀ, ਕਿਉਂਕਿ ਜੋ ਵੀ ਪਰਸਨ ਨਿਊ ਆਉਂਦਾ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਉਹਨੂੰ ਹਰ ਇੱਕ ਕੰਮ ਦੀ ਨੌਲੇਜ ਹੋਊਗੀ, ਤਾਂ ਉਹਨੂੰ ਪਹਿਲਾਂ ਸਿਖਾਉਣਾ ਚਾਹੀਦਾ ਹੈ। ਮੀਨਜ਼ ਉਹਨੂੰ ਟ੍ਰੇਨਿੰਗ ਵਗੈਰਾ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਡਿਵੈਲਪਮੈਂਟ ਹੋ ਸਕੇ ਅਤੇ ਉਹ ਵੀ ਕੁਛ ਆਪਣੇ ਬਿਜ਼ਨਸ 'ਚ ਨਿਊ ਚੀਜ਼ਾਂ ਸਿੱਖ ਸਕਣ। ਇਹ ਸਾਰੇ ਪ੍ਰਿੰਸੀਪਲ ਹੈ ਜਿਹੜੇ ਫੋਲੋ ਕੀਤੇ ਜਾਂਦੇ ਆ। ਮੀਨਜ਼ ਸਾਇੰਸ ਫੋਲੋ ਕਰਨੀ ਹੈ, ਰੂਲ ਆਫ ਥੰਬ ਫੋਲੋ ਨਹੀਂ ਕਰਨੀ, ਹਾਰਮੋਨੀ ਮੀਨਜ਼ ਸਥਿਰਤਾ ਔਰ ਸਮੂਥਨੈਸ ਹੋਣੀ ਚਾਹੀਦੀ ਬਿਜ਼ਨਸ 'ਚ, ਕੋਈ ਲੜਾਈ ਝਗੜੇ ਨਹੀਂ ਹੋਣੇ ਚਾਹੀਦੇ, ਕੋਆਪਰੇਸ਼ਨ ਹੋਣਾ ਚਾਹੀਦਾ, ਤਾਲਮੇਲ, ਅਤੇ ਇੰਡੀਵਿਜੂਅਲਿਜ਼ਮ ਨਹੀਂ ਹੋਣਾ ਚਾਹੀਦਾ, development of worker. Next there are some techniques of scientific management. Techniques there is 8 techniques of scientific management. First technique is functional foremanship. ਫੰਕਸ਼ਨਲ ਫੋਰਮੈਨਸ਼ਿਪ ਵੀ ਜੋ ਵੀ ਬਿਜ਼ਨਸ ਦੀ ਫੋਰਮੈਨਸ਼ਿਪ ਮੀਨਸ ਜੋ ਵੀ ਆਪਣੇ ਸੁਪਰਵਾਈਜ਼ਰ ਵਗੈਰਾ ਹੁੰਦੇ ਆ ਵਰਕਰਸ, ਉਹਨਾਂ ਵਿੱਚ ਵੀ ਜੋ ਫੰਕਸ਼ਨਲ ਫੋਰਮੈਨਸ਼ਿਪ ਹੋਣੀ ਚਾਹੀਦੀ ਹੈ। ਮੀਨਸ ਅਕੋਰਡਿੰਗ ਟੂ ਫੰਕਸ਼ਨ ਦੇ ਤੌਰ 'ਤੇ ਇਹਨਾਂ ਨੂੰ 2 ਪਾਰਟਸ ਵਿੱਚ ਵੰਡਿਆ ਜਾਂਦਾ, ਪਲੈਨਿੰਗ ਔਰ ਪ੍ਰੋਡਕਸ਼ਨ। ਜੋ ਵੀ ਪਰਸਨ ਪਲੈਨਿੰਗ ਨਾਲ ਰਿਲੇਟਡ ਆ ਉਹ ਪਲੈਨਿੰਗ ਅੰਡਰ ਆਉਣਗੇ, ਜੋ ਵੀ ਫੋਰਮੈਨਸ਼ਿਪ ਔਰ ਸੁਪਰਵਾਈਜ਼ਰ ਪ੍ਰੋਡਕਸ਼ਨ ਨਾਲ ਰਿਲੇਟਡ ਆ ਉਹ ਪ੍ਰੋਡਕਸ਼ਨ ਅੰਡਰ ਆਉਣਗੇ। ਮੀਨਸ 2 ਹੈਡਸ ਦੇ ਵਿੱਚ ਉਹਨਾਂ ਨੂੰ ਡਿਵਾਈਡ ਕੀਤਾ ਜਾਂਦਾ ਅਕੋਰਡਿੰਗ ਟੂ ਫੰਕਸ਼ਨਸ। ਹੁਣ ਪਲੈਨਿੰਗ ਵਾਲਿਆਂ ਦਾ ਕੰਮ ਹੈ ਪਲੈਨਿੰਗ ਕਰਨੀ, ਪ੍ਰੋਡਕਸ਼ਨ ਵਾਲਿਆਂ ਦਾ ਕੰਮ ਹੈ ਸਾਰਾ ਵਰਕ ਐਗਜ਼ੀਕਿਊਟ ਕਰਨਾ। ਸੋ ਪਲੈਨਿੰਗ ਇਜ਼ ਰਿਲੇਟਡ ਟੂ ਟੋਪ ਮੈਨੇਜਮੈਂਟ ਔਰ ਮਿਡਲ, ਔਰ ਪ੍ਰੋਡਕਸ਼ਨ ਇਜ਼ ਰਿਲੇਟਡ ਟੂ ਲੋਅਰ ਲੈਵਲ ਮੈਨੇਜਮੈਂਟ। ਨੈਕਸਟ ਪਲੈਨਿੰਗ ਦੇ ਵਿੱਚ ਆ ਗਿਆ ਸਭ ਤੋਂ ਪਹਿਲਾਂ ਰੂਟ ਕਲਰਕ ਉਹ ਵਾਲਾ ਪਰਸਨ ਜੋ ਡਿਸਾਈਡ ਕਰਦਾ ਵੀ ਕੰਮ ਨੂੰ ਕਿਹੜੀ ਸਟੈਪਸ ਦੇ ਥਰੂ ਆਪਾਂ ਫੋਲੋ ਕਰਨਾ ਹੈ, ਮਤਲਬ ਕਿਹੜੀਆਂ ਜਿਵੇਂ ਆਪਾਂ ਕਹੀਏ ਸਟੈਪਸ ਜਾਂ ਜੋ ਵੀ ਆਪਣੀ ਪ੍ਰੋਸੈਸ ਫੋਲੋ ਕੀਤੀ ਜਾਂਦੀ ਹੈ ਕੰਮ ਨੂੰ ਪੂਰਾ ਕਰਨ ਲਈ, ਹੋ ਗਿਆ। ਨੈਕਸਟ ਇੰਸਟਰਕਸ਼ਨ ਕਾਰਡ ਕਲਰਕ, ਜੋ ਵੀ ਪਰਸਨ ਤੁਹਾਨੂੰ ਇੰਸਟਰਕਸ਼ਨਸ ਦਿੰਦਾ, ਲਾਈਕ ਸੁਪਰਵਾਈਜ਼ ਕਰਦਾ ਤੁਹਾਡੇ ਵਰਕ ਨੂੰ ਔਰ ਇੰਸਟਰਕਸ਼ਨ ਪ੍ਰੋਵਾਈਡ ਕਰਦਾ ਵੀ ਆਹ ਮਸ਼ੀਨ ਐਵੇਂ ਚੱਲੂਗੀ, ਇਸ ਵਰਕ ਨੂੰ ਤੁਸੀਂ ਇੱਦਾਂ ਪਰਫੋਰਮ ਕਰਨਾ। ਨੈਕਸਟ ਹੈ ਟਾਈਮ ਐਂਡ ਕੋਸਟ ਕਲਰਕ, ਜੋ ਤੁਹਾਡੀ ਟਾਈਮ ਨੂੰ ਦੇਖੂਗਾ ਵੀ ਕਿੰਨਾ ਟਾਈਮ ਲੱਗ ਰਿਹਾ ਪਰਟੀਕੂਲਰ ਵਰਕ 'ਤੇ ਔਰ ਕਿੰਨੀ ਕੋਸਟ ਲੱਗ ਰਹੀ ਹੈ। ਨੈਕਸਟ ਹੈ ਸ਼ੌਪ ਡਿਸਿਪਲਿਨਰ, ਇਸਦਾ ਮੀਨ ਦਾ ਵੀ ਜੋ ਵੀ ਪ੍ਰੋਪਰ ਡਿਸਿਪਲਿਨ ਬਣਾ ਕੇ ਰੱਖੂਗਾ, ਮਤਲਬ ਪ੍ਰੋਪਰ ਮੇਨਟੇਨੈਂਸ ਰੱਖੂਗਾ, ਜੋ ਵੀ ਸਮਾਨ ਵਗੈਰਾ ਦਾ ਵੀ ਡਿਸਿਪਲਿਨ ਔਰ ਪਰਸਨਸ ਦਾ ਵੀ ਡਿਸਿਪਲਿਨ ਬਣਾ ਕੇ ਰੱਖੂਗਾ। ਇਹ ਆ ਗਏ ਸਾਰੇ ਪਲੈਨਿੰਗ ਨਾਲ, ਕਿਉਂਕਿ ਇਹ ਸਾਰੇ ਕੰਮ ਲਈ ਪਹਿਲਾਂ ਪਲੈਨਿੰਗ ਦੀ ਲੋੜ ਪੈਂਦੀ ਹੈ। ਨੈਕਸਟ ਪ੍ਰੋਡਕਸ਼ਨ 'ਚ ਆ ਗਏ ਜਿਵੇਂ ਗੈਂਗ ਬੋਸ, ਸਪੀਡ ਬੋਸ, ਇੰਸਪੈਕਟਰ ਔਰ ਰਿਪੇਅਰ ਬੋਸ। ਫਸਟ ਇਜ਼ ਗੈਂਗ ਬੋਸ ਮਤਲਬ ਜੋ ਵੀ ਤੁਹਾਨੂੰ ਬਿਜ਼ਨਸ 'ਚ ਸਮਾਨ ਚਾਹੀਦਾ, ਜੋ ਵੀ ਮਟੀਰੀਅਲ ਚਾਹੀਦਾ ਉਹਨੂੰ ਸਾਰਿਆਂ ਨੂੰ ਅਸੈਂਬਲ ਕਰਕੇ ਰੱਖੂਗਾ। ਮੀਨਜ਼ ਔਰਗਨਾਈਜ਼ਿੰਗ ਡਿਪਾਰਟਮੈਂਟ, ਜੋ ਵੀ ਤੁਹਾਡਾ ਸਮਾਨ ਚਾਹੀਦਾ ਉਹਨੂੰ ਔਰਗਨਾਈਜ਼ ਕਰਨਾ, ਜੋ ਵੀ ਮਟੀਰੀਅਲਸ ਚਾਹੀਦੇ ਹੋਣਗੇ, ਜੋ ਵੀ ਤੁਹਾਨੂੰ ਜੋਬ ਨਾਲ ਰਿਲੇਟਡ ਮਤਲਬ ਮੀਨਸ ਕੋਈ ਵੀ ਪ੍ਰੋਡਕਟ ਬਣਾਉਣ ਲਈ ਜੋ ਵੀ ਮਟੀਰੀਅਲ ਚਾਹੀਦਾ ਉਹ ਗੈਂਗ ਬੋਸ ਦਾ ਕੰਮ ਹੈ। ਨੈਕਸਟ ਸਪੀਡ ਬੋਸ ਜਿਹੜਾ ਤੁਹਾਡੀ ਵਰਕਿੰਗ ਸਪੀਡ ਚੈੱਕ ਕਰੂਗਾ, ਮਤਲਬ ਕਿ ਇੱਕ ਕੰਮ ਨੂੰ ਕਰਨ ਲਈ ਕਿੰਨੀ ਸਪੀਡ ਹੋਣੀ ਚਾਹੀਦੀ ਹੈ। ਮੀਨਸ ਮੈਕਸਿਮਮ ਟਾਈਮ 1 ਆਰ ਟਾਈਮ ਦੇਣਾ ਹੈ, 2 ਆਰ ਟਾਈਮ ਦੇਣਾ, ਜਿੰਨਾ ਵੀ ਟਾਈਮ ਦੇਣਾ। ਇੰਸਪੈਕਟਰ ਮੀਨਸ ਜੋ ਵੀ ਤੁਹਾਡੀ ਕੁਆਲਿਟੀ ਆਫ ਵਰਕ ਚੈੱਕ ਕਰੂਗਾ, ਮਤਲਬ ਜੋ ਵੀ ਜਿਹੜੀ ਤੁਸੀਂ ਕੁਆਲਿਟੀ ਫਿਕਸ ਕੀਤੀ ਹੋਈ ਹੈ ਉਹ ਸਹੀ ਪ੍ਰੋਪਰ ਬਣ ਰਹੀ ਹੈ ਕਿ ਨਹੀਂ ਬਣ ਰਹੀ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਦੇਖੂਗਾ। ਨੈਕਸਟ ਰਿਪੇਅਰ ਬੋਸ, ਜਿਵੇਂ ਵੀ ਕੋਈ ਵੀ ਮਸ਼ੀਨ ਵਗੈਰਾ ਖ਼ਰਾਬ ਹੁੰਦੀ ਹੈ ਤਾਂ ਰਿਪੇਅਰ ਬੋਸ ਦਾ ਕੰਮ ਹੈ ਵੀ ਉਹਨੂੰ ਸਹੀ ਕਰਵਾਉਣਾ। ਨੈਕਸਟ ਸੈਕਿੰਡ ਇਟ ਇਜ਼ ਅਨ ਫਸਟ ਪੁਆਇੰਟ ਫੰਕਸ਼ਨਲ ਫੋਰਮੈਨਸ਼ਿਪ। ਨੈਕਸਟ ਸੈਕਿੰਡ ਪੁਆਇੰਟ ਇਜ਼ ਸਟੈਂਡਰਡਾਈਜੇਸ਼ਨ ਐਂਡ ਸਿੰਪਲੀਫਿਕੇਸ਼ਨ। ਇਟ ਮੀਨਸ ਟੈਕਨੀਕ ਦੇ ਵਿੱਚ ਵੀ ਜੋ ਵੀ ਸਾਇੰਟੀਫਿਕ ਮੈਨੇਜਮੈਂਟ ਆ ਉਹਦੀ ਮੇਨ ਮਤਲਬ ਟੈਕਨੀਕ ਹੈ ਜਾਂ ਮੈਥਡ ਹੈ ਵੀ ਜੋ ਵੀ ਤੁਹਾਡਾ ਵਰਕ ਆ ਉਹ ਸਟੈਂਡਰਡਾਈਜ਼ ਹੋਣਾ ਚਾਹੀਦਾ, ਮਤਲਬ ਇੱਕ ਪ੍ਰੋਪਰ ਸਟੈਂਡਰਡ ਫਾਰਮ ਦਾ ਹੋਣਾ ਚਾਹੀਦਾ। ਮੀਨਸ ਕੁਆਲਿਟੀ ਪ੍ਰੋਪਰ ਹੈ, ਕੁਆਂਟਿਟੀ ਪ੍ਰੋਪਰ ਹੈ, ਜੋ ਵੀ ਉਹਦਾ ਵਰਕ ਪ੍ਰੋਪਰ ਉਹਦੇ ਮੈਥਡ ਯੂਜ਼ ਕੀਤੇ ਗਏ, ਪ੍ਰੋਪਰ ਟੈਕਨੀਕਸ ਯੂਜ਼ ਕੀਤੀਆਂ ਗਈਆਂ। ਸਿੰਪਲੀਫਿਕੇਸ਼ਨ ਵੀ ਕੰਮ ਕਰਨ ਦਾ ਸਿੰਪਲ ਤਰੀਕਾ ਹੋਣਾ ਚਾਹੀਦਾ, ਜਿਵੇਂ ਆਪਾਂ ਮੀਨਿੰਗ 'ਚ ਹੀ ਪੜ੍ਹਿਆ ਵੀ ਆਪਾਂ ਬੈਸਟ ਵੇ ਲੱਭਣਾ ਕੰਮ ਕਰਨ ਦਾ, ਤਾਂ ਬੈਸਟ ਵੇ ਐਂ ਨਿਕਲੂਗਾ ਵੀ ਸਿੰਪਲ ਵੇ ਹੋਣਾ ਚਾਹੀਦਾ ਤਾਂ ਕਿ ਤੁਸੀਂ ਜ਼ਿਆਦਾ ਕੰਪਲੀਕੇਸ਼ਨ 'ਚ ਨਾ ਉਲਝੇ ਰਹੋ। ਥਰਡ ਪੁਆਇੰਟ ਇਜ਼ ਫਟੀਕ ਸਟੱਡੀ। ਫਟੀਕ ਮੀਨਸ ਥਕਾਵਟ, ਜੋ ਵੀ ਬਿਜ਼ਨਸ ਦੇ ਵਿੱਚ ਪਰਸਨ ਵਰਕ ਕਰਦੇ ਆ ਤਾਂ ਓਬਵੀਅਸ ਉਹਨਾਂ ਨੂੰ ਥਕਾਵਟ ਆਉਂਦੀ ਹੈ, ਤਾਂ ਉਹਦੀ ਵੀ ਸਟੱਡੀ ਕੀਤੀ ਜਾਂਦੀ ਹੈ। ਫਟੀਕ ਸਟੱਡੀ ਮੀਨਸ ਉਹਨਾਂ ਨੂੰ ਕਿੰਨਾ ਰੈਸਟ ਟਾਈਮ ਦੇਣਾ, ਰੈਸਟ ਪੌਜ਼, ਜਿਵੇਂ ਕਿ ਇਹਦੇ ਵਿੱਚ ਆਪਾਂ ਦੇਖਦੇ ਹਾਂ ਵੀ ਹੁਣ ਫਟੀਕ ਸਟੱਡੀ ਨਾਲ ਰਿਲੇਟਡ ਮਤਲਬ ਕਿੰਨੇ ਟਾਈਮ ਦੇ ਰੈਸਟ ਪੌਜ਼ ਦੇਣੇ ਆ, ਹਾਫ ਐਨ ਆਰ ਦੇ ਦੇਣੇ ਆ ਜਾਂ ਕਿੰਨੇ ਟਾਈਮ ਬਾਅਦ ਰੈਸਟ ਟਾਈਮ ਦੇਣਾ। ਮੀਨਸ ਜਿਵੇਂ ਬ੍ਰੇਕ ਹੁੰਦੀ ਹੈ ਵਿੱਚ ਦੀ, ਜਿਵੇਂ 2 ਘੰਟੇ ਕੰਮ ਕਰਨ ਤੋਂ ਬਾਅਦ ਹਾਫ ਆਰ ਦੀ ਬ੍ਰੇਕ, ਫਿਰ 2 ਘੰਟੇ ਕੰਮ ਕਰਨ ਤੋਂ ਬਾਅਦ ਹਾਫ ਆਰ ਦੀ ਬ੍ਰੇਕ, ਤਾਂ ਉਹ ਸਾਰਾ ਕੁਛ ਫਟੀਕ ਸਟੱਡੀ ਨਾਲ ਰਿਲੇਟਡ ਹੈ। ਫੋਰਥ ਪੁਆਇੰਟ ਇਜ਼ ਮੈਥਡ ਸਟੱਡੀ। ਮੈਥਡ ਸਟੱਡੀ 'ਚ ਆਪਾਂ ਦੇਖਾਂਗੇ ਮੈਥਡ ਆਫ ਡੂਇੰਗ ਵਰਕ ਨੂੰ ਕਰਨ ਲਈ ਤੁਸੀਂ ਕਿਹੜਾ ਮੈਥਡ ਫੋਲੋ ਕਰ ਰਹੇ ਆ, ਜਿਹੜਾ ਬੈਸਟ ਸੂਟੇਬਲ ਮੈਥਡ ਹੋਊਗਾ। ਜਿਵੇਂ ਇਹਦੇ ਮੀਨਿੰਗ 'ਚ ਕਿਹਾ ਵੀ ਆਪਾਂ ਬੈਸਟ ਵੇ ਲੱਭਣਾ, ਤਾਂ ਮੈਥਡ ਵੀ ਆਪਾਂ ਉਹ ਚੂਜ਼ ਕਰਾਂਗੇ ਜਿਹੜਾ ਬੈਸਟ ਹੋਊਗਾ, ਜਿਹਦੇ ਨਾਲ ਤੁਹਾਡੀ ਕੋਸਟ ਘਟੂਗੀ ਐਂਡ ਪ੍ਰੋਫਿਟ ਇਨਕਰੀਜ਼ ਹੋਣਗੇ। ਫਿਫਥ ਇਜ਼ ਮੋਸ਼ਨ ਸਟੱਡੀ। ਮੋਸ਼ਨ ਮੀਨਸ ਮੂਵਮੈਂਟ। ਹੁਣ ਜਿਵੇਂ ਆਪਾਂ ਕੋਈ ਵੀ ਇੰਪਲੋਈ ਬਿਜ਼ਨਸ 'ਚ ਕੰਮ ਕਰ ਰਿਹਾ ਮਸ਼ੀਨ ਦੇ ਉੱਪਰ, ਤਾਂ ਬਹੁਤ ਸਾਰੀਆਂ ਮੂਵਮੈਂਟਸ ਹੁੰਦੀਆਂ, ਜਿਵੇਂ ਉਹ ਮੂਵਮੈਂਟਸ ਨੂੰ ਨੋਟ ਕੀਤਾ ਜਾਊਗਾ ਵੀ ਇੱਕ ਇੰਪਲੋਈ ਕਿੰਨੇ ਟਾਈਮ ਲਈ ਫਰੀ ਰਿਹਾ ਜਾਂ ਕਿੰਨੀਆਂ ਉਹਨੇ ਮੂਵਮੈਂਟਸ ਕੀਤੀਆਂ, ਇੱਕ ਕੰਮ ਨੂੰ ਕਰਨ ਲਈ ਉਹਨੇ ਕਿੰਨਾ ਟਾਈਮ ਲਿਆ, ਉਹ ਸਾਰੀਆਂ ਉਹਦੀਆਂ ਮੂਵਮੈਂਟਸ ਨੋਟ ਕੀਤੀਆਂ ਜਾਣਗੀਆਂ। ਇਹਦੇ 'ਚ ਦੇਖਿਆ ਜਾਊਗਾ ਵੀ ਕੋਈ ਪਰਸਨ ਫਰੀ ਤਾਂ ਨਹੀਂ ਬੈਠਾ ਰਿਹਾ, ਵੀ ਉਹਨੂੰ ਜਿੰਨਾ ਕੰਮ ਦਿੱਤਾ ਗਿਆ ਸੀ ਉਹਨੇ ਕੰਪਲੀਟ ਕੀਤਾ ਕਿ ਨਹੀਂ।
सिक्स्थ इज टाइम स्टडी ओवरऑल टाइम नू स्टडी किया जाऊगा भी जिन्ना काम जिन्ने टाइम ਲਈ ਦਿੱਤਾ ਗਿਆ ਸੀ ਉਹਨੇ 'ਚ ਕੰਪਲੀਟ ਹੋਇਆ ਜਾਂ ਉਦੋਂ ਘੱਟ 'ਚ ਹੋਇਆ ਜਾਂ ਉਦੋਂ ਵੱਧ 'ਚ ਹੋਇਆ ਟਾਈਮ ਲਈ ਜੋ ਮਟੀਰੀਅਲ ਵਗੈਰਾ ਅਵੇਲੇਬਲ ਸੀਗਾ ਉਹ ਸਾਰਾ ਕੁਛ ਟਾਈਮ ਸਟੱਡੀ ਦੇਖਿਆ ਹੋਊਗਾ। 7th point is differential piece wage rate. It means wages are given according to pieces मीनस जिन्ना भी परसन है ਜਾਂ एक एम्पलॉय है जिन्ने भी पीसिस बनाता है तो वो अकॉर्डिंग उन्हें वेजिस देनी है। फॉर एग्जाम्पल जो उन्हें 500 पीसिस बनाए तो उन्नियाँ वेजिस, जो 600 बनाए है तो उन्नियाँ वेजिस। मीनस इत्थे जो रेट है वेज का वो एक पीस के अकॉर्डिंग होना चाहिए। जो एक पीस 5 रुपए का है तो जे 500 बनाइया तो उन्हें मिलूगा 2500। जो उन्हें 600 बनाइया किसी होर वर्कर ने 600 बनाइया तो उन्हें मिलूगा 3000। मीनस इत्थे उन्होंने एफिशिएंसी देखी जाऊगी, जिन्हें ज़्यादा काम किया उन्होंने ज़्यादा पैसे मिलणगे, जिन्हें घट काम किया उन्हें घट पैसे मिलणगे। नैक्सट है मैंटल रेवोल्यूशन। मैंटल रेवोल्यूशन उन्होंने कोऑपरेशन बनाई रखना तो म्यूचुअल ट्रस्ट बनाई रखना। मीनस जो भी परसन है उन्होंने मैंटल हैल्थ में देखना भी उन्होंने कदे भी इवें नहीं होना चाहिए भी वो सिर्फ आपके बैनीफिट लिए सोचन तो बिजनेस लिए सोचन ना। तो उन्होंने जो भी मन च होंगे भी जिमें साडियां सैलरीज इनक्रीज हो तो उस चीज़ को ध्यान च देखना भी उन्होंने मैंटल रेवोल्यूशन चेंज करने की कोशिश करना भी ताकि वो बिजनेस का पार्ट समझन तो बिजनेस ना बने रहन। इट इज़ ऑल अबाउट योर 2nd चैप्टर। थैंक यू, हैव अ नाइस डे।